ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਮਨ ਲੱਗਿਆਂ, ਕਿਸੈ ਨਾ ਦੇਈ ਬੰਨ। ਮਾਨਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੈ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸਈ ਕਹੀਐ ਧਨ। ਆਪਨ ਲੀਆ ਜੇ ਮਿਲੈ, ਵਿਛੁੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਨਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਵਾਜ, ਬਾਣੀ ਦੇ ਬੋਹਿਥ, ਰੂਹਾਨੀਅਤ ਦੇ ਸਾਗਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ 12 ਮਾਹਾਂ ਮਾਝ ਰਾਗ ਦੇ ਵਿੱਚ ਇਹ ਪਾਵਨ ਹੁਕਮਨਾਮਾ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਉਸ ਮਹੀਨੇ ਦੇ ਮੁੱਖ ਵਾਕ ਨੂੰ ਆਪ ਜੀ ਨੇ ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਰਸਨਾ ਤੋਂ ਬਚਨ ਪ੍ਰਕਾਸ਼ ਹੋਏ ਹਨ, ਉਹ ਸ਼ਬਦ ਮਹੀਨੇ ਦਾ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਕੀ ਬਾਣੀ ਦੇ ਵਿੱਚ ਜੋ 12 ਮਾਹਾਂ ਬਾਣੀ ਹੈ, ਉਸ ਨੂੰ 2 ਵਾਰ ਗੁਰੂ ਕੀ ਬਾਣੀ ਦੇ ਵਿੱਚ ਅੰਕਿਤ ਕੀਤਾ ਗਿਆ ਹੈ। ਪਹਿਲੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ ਇਸ ਪਾਵਨ ਬਾਣੀ ਨੂੰ ਪ੍ਰਕਾਸ਼ਮਾਨ ਕੀਤਾ ਹੈ। ਉਸ ਦੇ ਉਪਰੰਤ ਜਦੋਂ ਪੰਜਵੇਂ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਆਪਣੀ ਪਾਵਨ ਬਾਣੀ ਉਚਾਰਨ ਕੀਤੀ। ਸੰਗਤਾਂ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਜਦੋਂ ਗੁਰੂ ਕੇ ਵਾਕ ਸਰਵਣ ਕਰਦੀਆਂ ਸਨ, ਤਾਂ ਇੱਕ ਦਿਨ ਗੁਰੂ ਮਹਾਰਾਜ ਦੇ ਮੁਸਾਹਿਬ ਸਿੱਖ ਭਾਈ ਸਾਹਿਬ ਭਾਈ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਹਜ਼ੂਰ ਦੇ ਸਨਮੁਖ ਰੱਖੀ। ਸਤਿਗੁਰੂ ਮਹਾਰਾਜ ਜੀਓ, ਜੋ 12 ਮਾਹਾਂ ਤੁਖਾਰੀ ਰਾਗ ਦੇ ਵਿੱਚ ਹੈ, ਉਹ ਸਮਝਣ ਦੇ ਵਿੱਚ ਬਾਣੀ ਥੋੜ੍ਹੀ ਕਠਿਨ ਹੈ। ਆਪ ਜੀ ਕਿਰਪਾ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਉਹਦਾ ਅਨੁਵਾਦ ਉਚਾਰਨ ਕਰੋ। ਸਾਹਿਬ ਮਹਾਰਾਜ ਜੀ ਨੇ 12 ਮਾਹਾਂ ਬਾਣੀ ਮਾਝ, ਜਿਹੜੇ ਮਾਝੇ ਦੇ ਇਲਾਕੇ ਨਾਲ ਸੰਬੰਧਿਤ ਹੈ, ਠੇਠ ਪੰਜਾਬੀ ਦੇ ਵਿੱਚ ਹੈ, ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ 12 ਮਾਹਾਂ ਬਾਣੀ ਜੋ ਹੈ ਮਾਝ ਰਾਗ ਦੇ ਵਿੱਚ ਉਚਾਰਨ ਕੀਤੀ ਹੈ। ਸਤਿਗੁਰੂ ਜੀ ਦੀ ਬਾਣੀ ਦਾ ਉਦੇਸ਼, ਉਹਨਾਂ ਦਾ ਮੰਤਵ ਜੋ ਪਹਿਲੇ ਪਾਤਸ਼ਾਹ ਜੀ ਦਾ ਹੈ ਉਹੀ ਹੈ। ਜਿੰਨੀ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ, ਸਮਾਂ ਕੋਈ ਵੀ ਹੋਵੇ, ਰੁੱਤ ਕੋਈ ਵੀ ਹੋਵੇ, ਮਹੀਨਾ ਕੋਈ ਵੀ ਹੋਵੇ, ਉਹ ਬਾਣੀ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਬ੍ਰਹਮ ਨਾਲ ਜੋੜਦੇ ਹਨ, ਪਰਮਾਤਮਾ ਨਾਲ ਜੋੜਦੇ ਹਨ। ਇੱਥੇ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ ਕਿ ਬ੍ਰਹਮ ਦੇ ਨਾਲ ਜੁੜਨਾ ਪ੍ਰਾਣੀ ਦਾ, ਜੀਵ ਦਾ ਕਿਉਂ ਜ਼ਰੂਰੀ ਹੈ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਕਿ ਜਿਸ ਬ੍ਰਹਮ ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ, ਸਾਰੇ ਸੰਸਾਰ ਦੇ ਜੀਵ ਵੀ, ਉਹਨਾਂ ਦੀ ਗਤੀ ਵੀ ਬ੍ਰਹਮ ਦੇ ਨਾਲ ਜੁੜਨ ਕਰਕੇ ਹੀ ਹੁੰਦੀ ਹੈ। ਜਿਸ ਪਰਮਾਤਮਾ ਨੇ ਸਾਰੇ ਜੀਵਾਂ ਨੂੰ ਸਾਜਿਆ ਹੈ, ਸਾਰਿਆਂ ਨੂੰ ਪੈਦਾ ਕੀਤਾ ਹੈ,
ਜਦੋਂ ਮਨ ਬਿਰਤੀ ਉਸ ਬ੍ਰਹਮ ਦੇ ਨਾਲ ਜੁੜਦੀ ਹੈ, ਫਿਰ ਹੀ ਜੀਵ ਦੀ ਜੀਵਨ ਦੀ ਗਤੀ ਹੁੰਦੀ ਹੈ। ਫਿਰ ਹੀ ਉਹ ਜੀਵਨ ਜਿਹੜਾ ਹੈ ਸੰਤੁਸ਼ਟ ਅਤੇ ਸਬਰ ਵਾਲਾ ਭਰਪੂਰ ਜੀਵਨ ਬਣਦਾ ਹੈ। ਇੱਕ ਨੁਕਤੇ ਅਤੇ ਨੁਕਾਤੀ ਦੇ ਮੁਤਾਬਕ ਜੋ ਜੇਠ ਹੈ, ਇਹ ਸੰਸਕ੍ਰਿਤ ਦੇ ਸ਼ਬਦ ਜੇਸ਼ਟ ਤੋਂ ਆਇਆ ਹੈ। ਜੇਸ਼ਟ ਸ਼ਬਦ ਵੱਡੇ ਨੂੰ ਕਿਹਾ ਜਾਂਦਾ, ਸ਼੍ਰੇਸ਼ਟ ਨੂੰ ਕਿਹਾ ਜਾਂਦਾ। ਇਸ ਵਾਸਤੇ ਜਿਹੜਾ ਜੇਠ ਦਾ ਮਹੀਨਾ ਹੈ, ਇੱਥੇ ਸਾਹਿਬ ਮਹਾਰਾਜ ਜੀ ਨੇ ਇੱਥੇ ਜੇਠ ਸ਼ਬਦ ਜਿਹੜਾ ਹੈ, ਜੇਸ਼ਟ ਦਾ ਭਾਵ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਜੋੜ ਕੇ ਸਭ ਤੋਂ ਵੱਡਾ ਹੈ। ਜਿਵੇਂ ਜੇਠ ਦੇ ਮਹੀਨੇ ਦੇ ਵਿੱਚ ਸਭ ਤੋਂ ਵੱਡਾ ਦਿਨ ਜਿਹੜਾ ਹੁੰਦਾ ਅਤੇ ਰਾਤਾਂ ਜਿਹੜੀਆਂ ਛੋਟੀਆਂ ਹੁੰਦੀਆਂ, ਤਾਂ ਮਹਾਰਾਜ ਜੀ ਕਹਿੰਦੇ ਇਸ ਵਾਸਤੇ ਜੇਠ ਦੇ ਮਹੀਨੇ ਦੇ ਵਿੱਚ ਵਿਅਕਤੀ ਕਾਰ ਜ਼ਿਆਦਾ ਕਰ ਸਕਦਾ, ਕੰਮ ਜ਼ਿਆਦਾ ਕਰ ਸਕਦਾ, ਦਿਨ ਵੱਡਾ ਹੁੰਦਾ। ਇਸ ਵਾਸਤੇ ਮਨੁੱਖ ਨੂੰ ਜੁੜਨ ਦੇ ਵਾਸਤੇ ਪਰਮਾਤਮਾ ਦੇ ਨਾਲ, ਜੇ ਸਭ ਤੋਂ ਵੱਡਾ ਹੈ ਅਤੇ ਪਰਮਾਤਮਾ ਹੈ, ਉਹਦੇ ਨਾਲ ਜੁੜਨਾ ਚਾਹੀਦਾ। ਜਿਸ ਦੇ ਅੱਗੇ ਸਾਰੀ ਦੀ ਸਾਰੀ ਦੁਨੀਆ, ਸਾਰੀ ਕਾਇਨਾਤ ਜਿਹੜੀ ਹੈ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਨਿਉ ਜਾਂਦੀ ਹੈ, ਝੁਕ ਜਾਂਦੀ ਹੈ। ਸਾਹਿਬ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਜਿਹੜੇ ਮਨੁੱਖ ਆਪਣੇ ਜੀਵਨ ਦੇ ਵਿੱਚ ਸਬਰ, ਸੰਤੋਖ, ਜੀਵਨ ਦੀ ਸੰਤੁਸ਼ਟੀ ਦੀ ਚਾਹ ਕਾਮਨਾ ਰੱਖਦੇ ਨੇ, ਉਹਨਾਂ ਨੂੰ ਸਾਹਿਬ ਮਹਾਰਾਜ ਜੀ ਨੇ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਇਸ ਸ਼ਬਦ ਦੇ ਵਿੱਚ 12 ਮਾਹਾਂ ਬਾਣੀ ਦੇ ਵਿੱਚ ਉਪਦੇਸ਼ ਵੀ ਕੀਤਾ ਅਤੇ ਸਾਹਿਬ ਮਹਾਰਾਜ ਜੀ ਨੇ ਪਰਮਾਤਮਾ ਦੇ ਨਾਲ ਜੁੜਨ ਦਾ ਫਲ ਜਿਹੜਾ ਹੈ ਉਹ ਵੀ ਸਾਨੂੰ ਦੱਸਿਆ ਹੈ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਜੇਠ ਦੇ ਮਹੀਨੇ ਦੇ ਵਿੱਚ ਜਿਵੇਂ ਦਿਨਾਂ ਦਾ ਆਕਾਰ ਵੱਡਾ ਹੈ, ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ ਸਾਨੂੰ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਜੋ ਸਭ ਤੋਂ ਵੱਡਿਆਂ ਤੋਂ ਵੱਡਾ ਹੈ, ਜੋ ਸਭ ਤੋਂ ਸ਼੍ਰੋਮਣੀ ਹੈ, ਜਿਸ ਦੇ ਅੱਗੇ ਸਭ ਦੇ ਸਭ ਜਿਹੜੇ ਜੀਵ ਨੇ ਉਹ ਝੁਕ ਜਾਂਦੇ ਹਨ, ਨਿਉ ਜਾਂਦੇ ਹਨ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਆਪਣੇ ਜੀਵਨ ਦੇ ਜਦੋਂ ਮਨੋਰਥ ਦੀ ਗੱਲ ਹੁੰਦੀ ਹੈ ਤਾਂ ਉਦੋਂ ਜੋ ਬ੍ਰਹਮ ਨਾਲ ਜੁੜਨ ਦੀ ਅਵਸਥਾ ਦੇ ਬਚਨ ਹਨ। ਇੱਕ ਵਾਰ ਦੀ ਗੱਲ ਹੈ ਕਿ ਜਦੋਂ ਪਹਿਲੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰਤਾ ਗੱਦੀ 'ਤੇ ਵਿਰਾਜਮਾਨ ਸਨ, ਤਾਂ ਸਾਹਿਬ ਮਹਾਰਾਜ ਜੀ ਉਸ ਵੇਲੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਮਹਾਰਾਜ ਨੇ ਦੁਨਿਆਵੀ ਕਾਰ ਜਿਹੜੀ ਸੀ ਮੋਦੀਖਾਨਾ ਚਲਾਇਆ। ਮੋਦੀਖਾਨੇ ਚਲਾਉਣ ਦੇ ਸਮੇਂ ਸਾਹਿਬ ਮਹਾਰਾਜ ਜੀ ਦੀ ਜਿਹੜੀ ਰੀਤ ਸੀ, ਢੰਗ ਸੀ, ਉਹ ਦੁਨਿਆਵੀ ਤੌਰ ਤੋਂ ਬਿਲਕੁਲ ਨਵੇਕਲਾ ਸੀ। ਉਸ ਵੇਲੇ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੇ ਮੋਦੀਖਾਨੇ ਦੇ ਵਿੱਚ ਆਉਣ ਵਾਲੇ ਲੋੜਵੰਦਾਂ ਨੂੰ, ਆਉਣ ਵਾਲੇ ਜਿਹੜੇ ਆਜਿਜ਼ ਸੀ, ਜਿਹੜੇ ਦੀਨ ਲੋਕ ਸੀ, ਉਹਨਾਂ ਨੂੰ ਸਾਹਿਬ ਮਹਾਰਾਜ ਜੀ ਨਵਾਜਦੇ ਸੀ। ਉਹ ਗੁਰੂ ਮਹਾਰਾਜ ਜੀ ਦੇ ਨਾਲ ਵਿਸ਼ੇਸ਼ ਕਰਕੇ ਦਾਤਾਂ ਅਤੇ ਜ਼ਰੂਰਤਾਂ ਕਰਕੇ ਜੁੜੇ ਹੋਏ ਸੀ। ਪਰ ਇਹ ਗੱਲ ਠੀਕ ਸੀ, ਭਾਵੇਂ ਕਿ ਹਜ਼ੂਰ ਉਸ ਵੇਲੇ ਮੋਦੀਖਾਨੇ ਦੇ ਮੋਦੀ ਸਨ, ਪਰ ਜਿਹੜੇ ਜੁੜਨ ਵਾਲੇ ਸੀ ਉਹ ਇਸ ਕਰਕੇ ਹਜ਼ੂਰ ਨਾਲ ਜ਼ਿਆਦਾ ਜੁੜੇ ਸੀ ਵੀ ਉਹ ਉਹਨਾਂ ਦੇ ਵਾਸਤੇ ਦਾਤਾਰ ਸਨ। ਮਹਾਰਾਜ ਦੇ ਦਰ ਤੋਂ ਆਇਆ ਕੋਈ ਵੀ ਖਾਲੀ ਨਹੀਂ ਸੀ ਜਾਂਦਾ। ਸਭ ਦਾ ਧਿਆਨ ਜਿਹੜਾ ਸੀ ਉਹਨਾਂ ਦੌਲਤ ਖਾਂ ਵਾਲੇ ਪਾਸੇ ਨਹੀਂ ਸੀ, ਪਰ ਭੰਡਾਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਲੇ ਪਾਸੇ ਸੀ। ਇਸੇ ਸਮੇਂ ਉਹ ਘਟਨਾ ਵੀ ਘਟੀ ਜਦੋਂ ਕਿ ਮਲਸੀਹੇ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਮਾਤਾ ਦਾ ਭਗਤ, ਉਹਨੇ ਜਦੋਂ ਆਪਣੇ ਜੀਵਨ ਦੇ ਮਨੋਰਥ ਦੀ ਸਫਲਤਾ ਦੇ ਵਾਸਤੇ ਕਾਮਨਾ ਕੀਤੀ, ਮੇਰੇ ਜੀਵਨ ਦੀ ਸਫਲਤਾ ਹੋਵੇ, ਜੀਵਨ ਮੁਕਤ ਹੋਵੇ,
ਤਾਂ ਫਿਰ ਉਸ ਨੂੰ ਮਾਤਾ ਕਾਲੀ ਪ੍ਰਤੱਖ ਰੂਪ ਵਿੱਚ ਉਹਨੂੰ ਆਕਾਸ਼ਬਾਣੀ ਦੇ ਰੂਪ ਵਿੱਚ ਇਹ ਕਿਹਾ ਕਿ ਹੇ ਜਗਿਆਸੀ, ਜੇ ਤੂੰ ਜੀਵਨ ਦੀ ਯਾਤਰਾ ਸਫਲ ਕਰਨੀ ਚਾਹੁੰਦਾ, ਆਪਣਾ ਜੀਵਨ ਸਫਲ ਕਰਨਾ ਚਾਹੁੰਦਾ, ਤੇ ਫਿਰ ਤੇਰੇ ਵਾਸਤੇ ਇੱਕੇ ਦਰ ਇੱਕੇ ਘਰ ਹੈ, ਉਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਤੁਸੀਂ ਸੁਲਤਾਨਪੁਰ ਚਲੇ ਜਾਓ। ਮੋਦੀ ਖਾਨੇ ਦੇ ਉੱਤੇ ਮੋਦੀ ਦੀ ਕਾਰ ਕਰਦੇ ਨੇ, ਉਹਨਾਂ ਨੂੰ ਜਾ ਕੇ ਆਪਣੇ ਜੀਵਨ ਦੀ ਯਾਤਰਾ ਦੇ ਵਾਸਤੇ, ਸਫਲਤਾ ਦੇ ਵਾਸਤੇ, ਮਨੁੱਖਾ ਜਨਮ ਦੀ ਸਫਲਤਾ ਵਾਸਤੇ ਬੇਨਤੀ ਕਰੋ। ਉਸ ਵੇਲੇ ਉਹਦੇ ਮਨ ਦੇ ਵਿੱਚ ਇਹ ਜਿਹੜਾ ਫੁਰਨਾ ਸੀ ਬਣਿਆ, ਜਦੋਂ ਉਹਨੂੰ ਆਕਾਸ਼ਵਾਣੀ ਰਾਹੀਂ ਉੱਤਰ ਮਿਲਿਆ, ਤਾਂ ਫਿਰ ਉਹਨਾਂ ਮਨ ਦੇ ਵਿੱਚ ਨਿਰਣਾ ਕੀਤਾ ਕਿ ਮੈਂ ਸੁਲਤਾਨਪੁਰ ਦੀ ਲੋਧੀ ਦੀ ਧਰਤੀ 'ਤੇ ਜਾ ਕੇ ਹਜ਼ੂਰ ਨੂੰ ਉਹਨਾਂ ਦੇ ਦਰਸ਼ਨ ਕਰਾਂਗਾ, ਬੇਨਤੀ ਕਰਾਂਗਾ। ਮਹਾਰਾਜ ਦੇ ਪਾਸ ਮੋਦੀ ਖਾਨੇ ਦੇ ਵਿੱਚ ਪਹੁੰਚਿਆ। ਮਹਾਰਾਜ ਜੀ ਹੱਥ ਦੇ ਵਿੱਚ ਤੱਕੜ ਸੀ, ਇੱਕ ਪਾਸੇ ਵੱਟੇ ਸੀ, ਦੂਜੇ ਪਾਸੇ ਲੋੜਵੰਦ ਦੀ ਲੋੜ, ਉਹਦਾ ਜਿਹੜਾ ਸਮਾਨ ਸੀ, ਵੱਖਰ ਸੌਦਾ ਸੀ, ਮਹਾਰਾਜ ਤੋਲ ਰਹੇ ਸੀ। ਪਰ ਜਿਹੜੇ ਲੈਣ ਵਾਲੇ ਸੀ, ਉਹਨਾਂ ਨੇ, ਕਿਸੇ ਨੇ ਆਪਣੇ ਕੋਲ ਥੈਲਾ, ਕਿਸੇ ਨੇ ਝੋਲੀ, ਕਿਸੇ ਨੇ ਪੱਲੀ, ਆਪਣੀ ਜ਼ਰੂਰਤ ਦਾ ਸਮਾਨ ਵਾਸਤੇ ਲੈਣ ਵਾਸਤੇ ਪਹੁੰਚੇ ਹੋਏ ਸੀ। ਜਿਹੜਾ ਜਗਿਆਸੀ ਆਪਣੇ ਜੀਵਨ ਦੀ ਸਫਲਤਾ ਵਾਸਤੇ ਗਿਆ ਸੀ, ਉਹਨੂੰ ਕੋਈ ਦੁਨਿਆਵੀ ਪਦਾਰਥ ਨਹੀਂ ਸੀ ਚਾਹੀਦਾ। ਜਦੋਂ ਉਹਨੇ ਹਜ਼ੂਰ ਨੂੰ ਦੁਨਿਆਵੀ ਕਾਰ ਦੇ ਵਿੱਚ ਵਿਅਸਤ ਦੇਖਿਆ, ਤਾਂ ਉਹਨੇ ਦੇਖਿਆ ਕਿ ਹਰ ਇੱਕ ਵਿਅਕਤੀ ਨੂੰ ਮਹਾਰਾਜ ਤੱਕੜ ਨਾਲ ਤੋਲ ਕੇ ਦੇ ਰਹੇ ਨੇ। ਤਾਂ ਫਿਰ ਉਹਦੇ ਮਨ ਵਿੱਚ ਸੰਦੇਹ ਵੀ ਆਇਆ, ਪਰ ਕੁਝ ਸਮਾਂ ਮਹਾਰਾਜ ਜੀ ਦੀ ਕਰਨੀ ਦੇਖ ਕੇ, ਉਹਨਾਂ ਦੀ ਕਿਰਤ ਦੇਖ ਕੇ ਉਹਦਾ ਜਿਹੜਾ ਮਨ ਸੀ ਹਜ਼ੂਰ ਤੋਂ ਪ੍ਰਭਾਵਿਤ ਹੋਇਆ। ਕਿਉਂਕਿ ਹਮੇਸ਼ਾ ਦੁਕਾਨਦਾਰ, ਹਮੇਸ਼ਾ ਜਿਹੜਾ ਵਪਾਰੀ ਹੈ ਸ਼ਾਹ, ਉਹ ਬਰਾਬਰ ਤੋਲ ਕੇ ਦਿੰਦਾ, ਪਰ ਕਦੀ ਕਿਸੇ ਨੇ ਵੱਧ ਨਹੀਂ ਤੋਲਿਆ ਹੁੰਦਾ ਜਿਹਨੇ ਵਪਾਰ ਕਰਨਾ ਹੁੰਦਾ। ਜਿਹੜੇ ਵਿਅਕਤੀ ਨੇ ਵਪਾਰ ਕਰਨਾ ਹੁੰਦਾ, ਵਪਾਰ ਤੋਂ ਉਹਨੇ ਲਾਭ ਕਮਾਉਣਾ ਹੁੰਦਾ, ਪਰ ਕਦੇ ਕੋਈ ਐਵੇਂ ਦਾ ਵਪਾਰੀ ਨਹੀਂ ਹੁੰਦਾ ਵੀ ਆਪਣਾ ਲਾਭ ਜਿਹੜਾ ਉਹ ਦੂਜਿਆਂ ਦੇ ਵਿੱਚ ਵੰਡ ਦੇ। ਪਰ ਜਦੋਂ ਉਹਨੇ ਦੇਖਿਆ ਕਿ ਮਹਾਰਾਜ ਜੀ 13-13 ਕਰਕੇ ਤੋਲਦੇ ਨੇ, ਉਹਨਾਂ ਦੀ ਕਰਨੀ ਦੇਖ ਕੇ ਜਿਹੜਾ ਮਲਸੀਹੇ ਪਿੰਡ ਦਾ ਰਹਿਣ ਵਾਲਾ ਉੱਪਲ ਸੀ, ਉਹਨਾਂ ਦਾ ਮਨ ਜਿਹੜਾ ਸੀ ਗੁਰੂ ਮਹਾਰਾਜ ਦੀ ਕਰਨੀ ਕਰਕੇ ਗੁਰੂ ਜੀ ਨਾਲ ਜੁੜਿਆ। ਦਿਨ ਭਰ ਗਾਹਕਾਂ ਦੀ ਭੀੜ ਸੀ, ਸੌਦਾ ਲੈਣ ਵਾਲੇ ਸੌਦਾ ਲੈ ਰਹੇ ਸੀ, ਪਰ ਹਰ ਇੱਕ ਦੇ ਕੋਲੋਂ ਸੌਦਾ ਪਾਉਣ ਦੇ ਵਾਸਤੇ ਵੀ ਜਿਹੜਾ ਸੀ ਆਪਣਾ ਥੈਲਾ ਸੀ, ਪੱਲੀ ਸੀ। ਪਰ ਜਦੋਂ ਸ਼ਾਮ ਪਈ, ਇਸ ਦੀ ਵਾਰੀ ਆਈ, ਇਹਦੇ ਕੋਲੋਂ ਨਾ ਥੈਲਾ ਸੀ ਨਾ ਪੱਲੀ ਸੀ, ਪਰ ਜੋ ਚੀਜ਼ ਉਹਨੇ ਲੈਣੀ ਸੀ ਉਹ ਥੈਲੇ ਵਿੱਚ ਪੈਣੀ ਵੀ ਨਹੀਂ ਸੀ। ਕਈ ਵਾਰ ਸਾਡੇ ਸਿਆਣੇ ਬਜ਼ੁਰਗ ਕਹਿ ਦਿੰਦੇ ਆ, ਭਾਈ ਤੂੰ ਕਿਸੇ 'ਤੇ ਮੱਤ ਲੈ ਲੈਣੀ ਸੀ, ਤੂੰ ਕਿਸੇ ਦੇ ਕੋਲੋਂ ਸਿੱਖ ਮੱਤ ਲੈ ਲੈਣੀ ਸੀ, ਕੋਈ ਸੋਝੀ ਗਿਆਨ ਲੈ ਲੈਣਾ ਸੀ। ਅਜਿਹੀਆਂ ਜਿਹੜੀਆਂ ਕੀਮਤੀ ਚੀਜ਼ਾਂ ਨੇ, ਉਹਨੂੰ ਸਾਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਵਾਸਤੇ ਸਾਨੂੰ ਆਪਣਾ ਮਨ ਥੈਲਾ ਬਣਾਉਣਾ ਪਏਗਾ। ਜੇ ਗੁਰੂ ਕਾ ਗਿਆਨ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ, ਤਾਂ ਸਾਡੇ ਮਨ ਨੂੰ ਸ਼ਰਧਾਵਾਨ ਹੋਣਾ ਪਏਗਾ, ਤਾਂ ਕਿ ਗੁਰੂ ਕਾ ਗਿਆਨ ਜਿਹੜਾ ਹੈ ਮਨ ਦੇ ਵਿੱਚ ਟਿਕ ਜਾਏ, ਤਾਂ ਕਿ ਗੁਰੂ ਕੇ ਜਿਹੜੇ ਬਚਨ ਨੇ ਉਹ ਸਾਡੇ ਜੀਵਨ ਦੇ ਵਿੱਚ ਉਤਰ ਜਾਣ। ਜਦੋਂ ਮਲਸੀਹੇ ਉੱਪਲ ਦੀ ਜਦੋਂ ਵਾਰੀ ਆਈ, ਤਾਂ ਗੁਰੂ ਮਹਾਰਾਜ ਜੀ ਦੇ ਸਨਮੁਖ ਹਾਜ਼ਰ ਹੋਇਆ। ਮਹਾਰਾਜ ਜੀ ਨੇ ਸੌਦਾ ਦੇਣ ਤੋਂ ਪਹਿਲਾਂ, ਵੱਖਰ ਦੇਣ ਤੋਂ ਪਹਿਲਾਂ ਗੁਰੂ ਜੀ ਨੇ ਪੁੱਛਿਆ, ਦੱਸੋ ਭਾਈ ਕੀ ਚਾਹੀਦਾ ਹੈ? ਤਾਂ ਉਸ ਨੇ ਗੁਰੂ ਮਹਾਰਾਜ ਦੇ ਸਾਹਮਣੇ ਡੰਡਵੌਤ ਕਰ ਦਿੱਤੀ। ਡੰਡਵੌਤ ਵੀ ਡੰਡੇ ਦੀ ਤਰ੍ਹਾਂ ਗੁਰੂ ਜੀ ਦੇ ਸਨਮੁਖ ਲੇਟ ਗਿਆ। ਮਹਾਰਾਜ ਜੀ ਨੇ ਪੁੱਛਿਆ, ਦੱਸੋ ਕੀ ਮਨੋਰਥ ਹੈ? ਕਹਿੰਦੇ ਗੁਰਦੇਵ ਜੀ ਨੇ ਉਠਾਇਆ, ਪਾਸ ਬਿਠਾਇਆ, ਤਾਂ ਉਸ ਨੇ ਕਿਹਾ, ਮਹਾਰਾਜ ਜੀ ਜੀਵਨ ਦੀ ਸਫਲਤਾ ਦੇ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਆਇਆ, ਅਤੇ ਕਿਰਪਾ ਕਰਕੇ ਮੇਰਾ ਜੀਵਨ ਜਿਹੜਾ ਹੈ ਸਫਲ ਕਰਨਾ ਕਰੋ। ਫਿਰ ਗੁਰੂ ਸਾਹਿਬ ਮਹਾਰਾਜ ਜੀ ਨੇ ਦੇ ਚਰਨਾਂ ਦੇ ਵਿੱਚ, ਜਿਵੇਂ ਇਹ ਉਹਨਾਂ ਦਾ ਪਹਿਲਾ ਬਣਿਆ ਮਰੀਦ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਝੁਕ ਗਿਆ,
ਗੁਰੂ ਮਹਾਰਾਜ ਨੇ ਉਸ ਨੂੰ ਕਿਹਾ ਸੀ ਸਾਹਮਣੇ ਚੌਂਕੜੀ ਲਾ ਕੇ ਪਦਮ ਆਸਨ ਦੇ ਵਿੱਚ ਬੈਠੋ। ਗੁਰਦੇਵ ਮਹਾਰਾਜ ਜੀ ਨੇ ਆਪਣੇ ਮੁਬਾਰਕ ਕੀਮਤੀ ਗੁਰਵਾਕ ਜਿਹੜੇ ਕਹੇ, ਤੇ ਜਦੋਂ ਇਸ ਜਗਿਆਸੂ ਨੇ ਸੁਣੇ ਤਾਂ ਸਤਿਗੁਰੂ ਜੀ ਦੇ ਪਾਸ ਉਸ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿ ਮੈਂ ਆਪ ਜੀ ਦੇ ਪਾਵਨ ਜਿਹੜੇ ਸ਼ਬਦ ਨੇ ਉਹਨਾਂ ਨੂੰ ਕਾਗਜ਼ ਦੇ ਉੱਤੇ ਲਿਖ ਲਵਾਂ ਤਾਂ ਕਿ ਮੈਂ ਉਹਨਾਂ ਦਾ ਬਾਰ-ਬਾਰ ਸਿਮਰਨ ਕਰ ਸਕੂੰਗਾ, ਆਪਣੇ ਮਨ ਦੇ ਅੰਦਰ ਟਿਕਾ ਸਕੂੰਗਾ। ਸਤਿਗੁਰੂ ਜੀ ਦੇ ਜਿਹੜੇ ਵਾਕ ਸੀ ਉਹਨਾਂ ਇੱਕ ਕਾਗਜ਼ ਦੇ ਉੱਤੇ ਲਿਖ ਕੇ ਕੰਠ ਕੀਤੇ, ਕਾਗਜ਼ ਦੇ ਉੱਤੇ ਲਿਖ ਕੇ ਆਪਣੇ ਮਨ ਵਿੱਚ ਵਸਾਏ। ਜਿੱਥੇ ਗੁਰੂ ਕੇ ਦਰ ਤੋਂ ਹੋਰ ਸਭ ਜਗਿਆਸੂ ਵੱਖਰ ਲੈਣ ਵਾਸਤੇ ਆਉਂਦੇ ਸੀ, ਉੱਥੇ ਉਹ ਮਹਾਰਾਜ ਦੇ ਪਾਸੋਂ ਗਿਆਨ ਲੈਣ ਵਾਸਤੇ ਆਇਆ, ਸਮਝ ਲੈਣ ਵਾਸਤੇ ਆਇਆ, ਗੁਰਮਤਿ ਦਾ ਧਾਰਨੀ ਬਣਨ ਵਾਸਤੇ ਆਇਆ। ਗੁਰੂ ਕੇ ਦਰ ਦੇ ਉੱਤੇ ਜਦੋਂ ਵੀ ਕੋਈ ਜਗਿਆਸੂ ਸਿੱਖ ਚੱਲ ਕੇ ਆਉਂਦਾ, ਸ਼ਾਸਤਰਾਂ ਦੇ ਵਿੱਚ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਲਿਖੀ ਹੈ ਕਿ ਵਿਦਿਆ 14 ਪ੍ਰਕਾਰ ਦੀ ਹੈ, ਪਰ 14 ਪ੍ਰਕਾਰ ਦੇ ਵਿੱਚੋਂ ਜਿਹੜੀ ਸਭ ਤੋਂ ਸ੍ਰੇਸ਼ਟ ਵਿਦਿਆ ਹੈ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਬ੍ਰਹਮ ਵਿਦਿਆ ਹੈ। ਤਾਂ ਗੁਰੂ ਮਹਾਰਾਜ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਪ੍ਰਾਣੀਆਂ ਦੇ ਕੋਲੋਂ ਗੁਰਮਤਿ ਦੀ ਦਾਤ ਹੈ ਫਿਰ ਉਹ ਪਰਮਾਤਮਾ ਨਾਲ ਜੁੜਦੇ ਹਨ। ਉਸ ਤਰ੍ਹਾਂ ਦੁਨਿਆਵੀ ਤੌਰ ਦੇ ਉੱਤੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਜਿਹੜੀ ਜੇਠ ਚੀਜ਼ ਹੈ, ਜੇਸ਼ਟ ਹੈ, ਉਹਦੇ ਵਿੱਚ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਨੇ। ਜਿਵੇਂ ਕੋਈ ਬੰਦਾ ਇੱਕ ਨਿਰਬਲ ਹੈ, ਉਹਦੇ ਵਾਸਤੇ ਬਲਵਾਨ ਬੰਦਾ ਜੇਸ਼ਟ ਹੈ, ਵੱਡਾ ਹੈ। ਬਲਵਾਨ ਜਿਹੜਾ ਤਕੜਾ ਉਹਦੇ ਨਾਲੋਂ ਉਹ ਵੱਡਾ ਹੈ। ਜੇਕਰ ਕੋਈ ਬੰਦਾ ਜੀਵਨ ਕਰਕੇ ਗਰੀਬ ਹੈ ਦੁਨਿਆਵੀ ਤੌਰ 'ਤੇ, ਉਹਦੇ ਵਾਸਤੇ ਅਮੀਰ ਬੰਦੇ ਦੇ ਵਾਲੇ ਪਾਸੇ ਨੂੰ ਝੁਕਦਾ ਹੈ ਕਿਉਂਕਿ ਉਹਦੇ ਕੋਲ ਪੈਸਾ ਜ਼ਿਆਦਾ ਹੈ। ਇਸੇ ਤਰ੍ਹਾਂ ਦੇ ਨਾਲ ਜਿਹੜੇ ਕੋਲੋਂ ਛੋਟੀ ਜ਼ਿਮੀਂਦਾਰ ਹੈ ਜਿਹੜਾ, ਉਹ ਵੱਡੇ ਜ਼ਿਮੀਂਦਾਰ ਦੇ ਸਨਮੁਖ ਝੁਕ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਹੋਰ ਜਿਹਦੇ ਕੋਲੋਂ ਕਿਸੇ ਪ੍ਰਕਾਰ ਦੇ ਨਾਲ ਘੱਟ ਗਿਆਨ ਹੈ, ਉਹਦੇ ਮਨ ਵਾਸਤੇ ਜਿਹੜਾ ਦੂਸਰਾ ਗਿਆਨਵਾਨ ਆ ਉਹਦੇ ਅੱਗੇ ਉਹ ਅਦਬ ਦੇ ਨਾਲ ਝੁਕਦਾ ਵੀ ਮੇਰੇ ਕੋਲੋਂ ਵੀ ਗਿਆਨ ਹੋਵੇ। ਜਾਂ ਕਿਸੇ ਕੋਲੋਂ ਸੰਪਦਾ ਵਿਭੂਤੀ ਜ਼ਿਆਦਾ, ਉਹ ਆਪਣੇ ਤੋਂ ਅਮੀਰ ਦੇ ਅੱਗੇ ਬੜੇ ਅਦਬ ਦੇ ਨਾਲ ਝੁਕ ਜਾਂਦਾ। ਗੁਰੂ ਮਹਾਰਾਜ ਜੀ ਨੇ ਫਰਮਾਨ ਕੀਤਾ ਇਸ ਵਾਸਤੇ ਕਿ ਉਸ ਪਰਮਾਤਮਾ ਦੇ ਨਾਲ ਇਸ ਵਾਸਤੇ ਜੁੜੋ ਕਿ ਜਿਹਦੇ ਅੱਗੇ ਸਾਰੇ ਦੇ ਸਾਰੇ ਹੀ ਝੁਕ ਜਾਂਦੇ ਨੇ, ਜਿਸ ਦੇ ਅੱਗੇ ਦਰ ਦੇ ਉੱਤੇ ਜਾਣ ਦੇ ਨਾਲ ਜਿਹਦੇ ਕੋਲੋਂ ਸਾਰੇ ਪ੍ਰਕਾਰ ਦੀਆਂ ਰਹਿਮਤਾਂ ਹਨ। ਤਾਂ ਮਹਾਰਾਜ ਜੀ ਨੇ ਫਰਮਾਨ ਕੀਤਾ, ਜਿਹੜੇ ਪ੍ਰਾਣੀ, ਜਿਹੜੇ ਜਗਿਆਸੂ ਉਸ ਮਾਲਕ ਦੇ ਅੱਗੇ ਝੁਕ ਜਾਂਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕਿਹੜੀ ਰਹਿਮਤ ਪ੍ਰਾਪਤ ਹੁੰਦੀ ਹੈ। ਸਾਹਿਬ ਜੀ ਫਰਮਾਨ ਕਰਦੇ ਹਨ, ਹਰ ਸੱਜਣ ਦਾਮਨ ਲੱਗਿਆ ਕਿਸੈ ਨਾ ਦੇਈ ਬਨ। ਜਿਹੜੇ ਪ੍ਰਾਣੀ, ਜਿਹੜੇ ਜੀਵ, ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਹਰੀ ਸੱਜਣ ਮਾਲਕ ਦੇ ਨਾਲ ਜੁੜ ਗਏ, ਜਿਹੜੇ ਉਸ ਦਰ ਦੇ ਹੋ ਗਏ। ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਨੇ ਮਾਲਕ ਦੇ ਦਰ ਦਾ ਜਿਹੜਾ ਸੀ ਪੱਲਾ ਫੜ ਲਿਆ, ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਕੋਈ ਹੋਰ ਮਾਇਆਵੀ ਸ਼ਕਤੀ, ਦੁਨਿਆਵੀ ਸ਼ਕਤੀ, ਕਿਸੇ ਪ੍ਰਕਾਰ ਨਾਲ ਮਾਇਕ ਪ੍ਰਭਾਵ ਜਿਹੜਾ ਬੰਨ੍ਹ ਨਹੀਂ ਸਕਦਾ, ਆਪਣੇ ਪਿੱਛੇ ਨਹੀਂ ਲਾ ਸਕਦਾ। ਸ਼੍ਰੋਮਣੀ ਵਿਆਖਿਆਕਾਰ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਪਹਿਲੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਲਿਖਿਆ ਹੈ। ਉਹਨਾਂ ਨੇ ਵਚਨ ਲਿਖਿਆ ਹੈ ਕਿ ਦਾਤਾ ਸੋ ਨਾ ਮੰਗੀਐ ਫਿਰ ਮੰਗਣ ਜਾਈਐ, ਹੋਸ਼ਾ ਸ਼ਾਹ ਨਾ ਕੀਚੀ ਫਿਰ ਪਛੋਤਾਈਐ। ਕਹਿੰਦੇ ਹਉਮੈ ਰੋਗ ਨਾ ਕਟੀ ਸੋ ਵੈਦ ਨਾ ਲਾਈਐ, ਦੁਰਮਤ ਮੈਲ ਨਾ ਉਤਰੈ ਕਿਉਂ ਤੀਰਥ ਨਹਾਈਐ। ਕਹਿੰਦੇ ਇਸ ਤਰ੍ਹਾਂ ਦੇ ਨਾਲ ਪੀਰ ਮਰੀਦਾਂ ਪਿਰਹੜੀ ਸੁਖ ਸਹਿਜ ਸਮਾਈਐ, ਕਿ ਉਹ ਦਰ ਦੇ ਉੱਤੇ ਦਾਤ ਨਾ ਮੰਗੋ, ਵੀ ਦਾਤ ਵੀ ਮੰਗੀ ਫਿਰ ਤੁਹਾਨੂੰ ਹੋਰ ਕਿਸੇ ਦਰ ਦੇ ਉੱਤੇ ਜਾਣਾ ਪਵੇ। ਉੱਥੇ ਜਾ ਕੇ ਮੰਗਤੇ ਨਾ ਬਣੋ, ਜਿੱਥੇ ਤੁਹਾਡੀ ਮਨਸ਼ਾ ਪੂਰੀ ਨਾ ਹੋਵੇ ਤੁਹਾਨੂੰ ਹੋਰ ਦਰ ਬਦਲਣਾ ਪਵੇ, ਫਿਰ ਤੁਹਾਡੀ ਫਿਰ ਮਨਸ਼ਾ ਪੂਰੀ ਨਾ ਹੋਏ ਤੁਸੀਂ ਹੋਰ ਥਾਂ 'ਤੇ ਮੰਗਣ ਜਾਣਾ ਪਏ। ਜੀਵਨ ਦੇ ਵਿੱਚ ਜਾਚਕ ਨਾ ਬਣ ਕੇ ਰਹਿ ਜਾਓ, ਉਸ ਦਰ ਤੋਂ ਮੰਗੋ
ਜਿਸ ਦਰ ਦੇ ਉੱਤੇ ਜੁੜ ਕੇ ਫਿਰ ਹੋਰ ਕਿਸੇ ਦਰ ਦੇ ਕੋਲ ਮੰਗਣਾ ਨਾ ਪਏ। ਉਸ ਦਰ ਦੇ ਉੱਤੇ ਝੁਕ ਜਾਓ ਜਿਸ ਦਰ ਦੇ ਉੱਤੇ ਝੁਕਣ ਦੇ ਨਾਲ ਹੋਰ ਕਿਸੇ ਦਰ ਦੇ ਅੱਗੇ ਮੁਥਾਜ ਨਾ ਹੋਣਾ ਪਏ। ਅਤੇ ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖੋ, ਉਹਨਾਂ ਨੇ ਜਦੋਂ ਕਿਰਪਾ ਕੀਤੀ, ਸਭ ਤੋਂ ਪਹਿਲਾਂ ਗੁਰੂ ਕੀ ਬਾਣੀ ਉਚਾਰਨ ਕਰਨ ਦੇ ਵਕਤ ਕਿ 4 ਵਰਨ ਸੀ ਸੰਸਾਰ ਦੇ ਉੱਤੇ, 4 ਮਜ਼ਹਬ ਸੀ, ਤਾਂ ਮਹਾਰਾਜ ਜੀ ਨੇ ਵਰਨਾਂ ਨੂੰ, 4 ਪ੍ਰਕਾਰ ਦੇ ਮਜ਼ਹਬਾਂ ਨੂੰ ਉਹਨਾਂ ਨੇ ਜਦੋਂ ਗੁਰੂ ਕੀ ਬਾਣੀ ਦੇ ਲੜ ਲੱਗੇ ਤੇ ਸਹਿਬ ਮਹਾਰਾਜ ਨੇ ਸਾਰਿਆਂ ਦੀ ਸੰਗਤ ਬਣਾ ਦਿੱਤੀ। ਉਹਦੇ ਵਿੱਚ ਗੁਰੂ ਮਹਾਰਾਜ ਨੇ ਫਰਕ ਨਹੀਂ ਰੱਖਿਆ, ਵਖਰੇਵਾਂ ਨਹੀਂ ਰੱਖਿਆ, ਬ੍ਰਾਹਮਣ ਦਾ, ਖੱਤਰੀ ਦਾ, ਸ਼ੂਦਰ ਦਾ, ਵੈਸ਼ ਦਾ। ਉਹਦੇ ਵਿੱਚ ਮਹਾਰਾਜ ਨੇ ਫਰਕ ਨਹੀਂ ਰੱਖਿਆ, ਸੀਆ ਦਾ, ਸੁੰਨੀ ਦਾ, ਰਾਫਜੀ ਦਾ, ਇਮਾਮ ਸਾਫੀ ਦਾ। ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਇਸ ਵਾਸਤੇ ਜਿਹੜੇ ਪ੍ਰਾਣੀ, ਜਿਹੜੇ ਜਗਿਆਸੀ ਉਸ ਮਾਲਕ ਦੇ ਦਰ ਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦੀ ਬਿਰਤੀ ਬ੍ਰਾਹਮਣਾ ਜੁੜ ਜਾਂਦੀ ਹੈ, ਫਿਰ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹੋਰ ਕੋਈ ਕਿਸੇ ਪ੍ਰਕਾਰ ਦੀ ਸ਼ਕਤੀ, ਬੇਅਕਤੀ ਬੰਨ੍ਹ ਨਹੀਂ ਸਕਦਾ, ਆਪਣੇ ਤਰਫ ਨਹੀਂ ਖਿੱਚ ਸਕਦਾ। ਉਹਨਾਂ ਦੇ ਜੀਵਨ ਦੇ ਵਿੱਚ ਮਾਲਕ ਦੇ ਦਰ ਦੇ ਨਾਲ ਪੱਲਾ ਫੜਨ ਦੇ ਨਾਲ ਇਵੇਂ ਦੀ ਰਹਿਮਤ ਹੋ ਜਾਂਦੀ ਹੈ। ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਪਰਮਾਤਮਾ ਦਾ ਨਾਮ ਜੀਵਨ ਦੀ ਖੁਸ਼ੀ ਵਾਸਤੇ, ਖੇੜੇ ਅਤੇ ਆਨੰਦ ਵਾਸਤੇ ਇੱਕ ਪ੍ਰਕਾਰ ਦੇ ਨਾਲ ਮਾਨਕ ਹੈ, ਮੋਤੀ ਹੈ ਪਰਮਾਤਮਾ ਦਾ ਨਾਮ। ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਹੁੰਦਾ, ਇਸ ਵਾਸਤੇ ਉਨ ਲੱਗਿਆ ਨਾ ਹੀ ਸੰਨ। ਉਹਨਾਂ ਦੇ ਕੋਲੋਂ ਕਿਸੇ ਤਰ੍ਹਾਂ ਦੇ ਨਾਲ ਕੋਈ ਸੰਨ ਨਹੀਂ ਲਾ ਸਕਦਾ ਉਹਨਾਂ ਨੂੰ। ਸੰਨ ਦਾ ਭਾਵ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੁੰਦਾ ਕਿ ਕਿਸੇ ਥਾਂ ਦੇ ਉੱਤੇ ਭਾਵੇਂ ਦਰਵਾਜ਼ੇ ਵੀ ਬੰਦ ਨੇ, ਜਿੰਦੇ ਵੀ ਲੱਗੇ ਨੇ, ਤਾਂ ਪਿਛਲੇ ਪਾਸੇ ਦੀ ਕੋਈ ਕੰਧ ਪਾੜ ਕੇ ਉਸ ਘਰ ਦੇ ਵਿੱਚੋਂ ਪਿਆ ਸਮਾਨ ਜਿਹੜਾ ਚੋਰੀ ਕਰ ਸਕਦਾ। ਕਿਸੇ ਤਰ੍ਹਾਂ ਦੇ ਨਾਲ ਘਾਤ ਕਰਕੇ ਪਾੜ ਕੇ ਸੰਨ ਲਾਈ, ਦਰਵਾਜ਼ੇ ਬੰਦ ਦੇ ਬੰਦ ਰਹਿ ਗਏ, ਪਰ ਪਿਛਲੇ ਪਾਸੇ ਦੀ ਕੀਮਤੀ ਸਮਾਨ ਜਿਹੜਾ ਸੀ ਚੋਰੀ ਹੋ ਗਿਆ। ਤਾਂ ਕਹਿੰਦੇ ਵੀ ਸੰਨ ਲਾ ਲਈ ਕਿਸੇ ਨੇ, ਕੋਈ ਪਿਛਲੇ ਪਾਸੇ ਦੀ ਅੰਦਰ ਆ ਗਿਆ, ਅੱਗੋਂ ਦੀ ਆ ਕੇ ਚੋਰੀ ਕਰ ਗਿਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਕਿ ਜਿਨ੍ਹਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਮੋਤੀ, ਮਾਨਕ, ਉਹਨਾਂ ਨੂੰ ਕੋਈ ਜੇ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸ ਹੈ ਅਤੇ ਪਿਛਲੇ ਪਾਸੇ ਦੀ ਆ ਕੇ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਨਾਮ ਦੀ ਬਰਕਤ ਹੈ, ਕੋਈ ਸੰਨ ਲਾ ਕੇ ਨਹੀਂ ਖੋ ਸਕਦਾ, ਕੋਈ ਕਿਸੇ ਪ੍ਰਕਾਰ ਦੇ ਨਾਲ ਉਸ ਮੋਤੀ ਨੂੰ ਚੋਰੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦੇ ਨਾਲ ਕਈ ਪ੍ਰਕਾਰ ਨਾਲ ਕਈ ਜਾਣੇ ਰੀਸ ਵੀ ਕਰਨ ਦਾ ਯਤਨ ਕਰਦੇ ਨੇ, ਯਤਨ ਕਰਦੇ ਹਨ ਕਿਸੇ ਤਰ੍ਹਾਂ ਦੇ ਨਾਲ, ਕਈ ਨਾਮ ਅਭਿਆਸੀਆਂ ਦੀ ਕਈ ਪ੍ਰਕਾਰ ਦੇ ਨਾਲ ਉਹਨਾਂ ਦੇ ਵਰਗੇ ਕਰਮ ਵੀ ਕਰਦੇ ਨੇ। ਪਰ ਬਾਣੀ ਦੇ ਵਿੱਚ ਬਚਨ ਆਉਂਦਾ ਵੀ ਦੇਖਣ ਨੂੰ ਹੰਸ ਜਿਹੜਾ ਅਤੇ ਉਹਦੇ ਵਰਗਾ ਰੰਗ ਹੀ ਬਗਲੇ ਦਾ ਹੁੰਦਾ, ਪਰ ਜਿਹੜਾ ਹੰਸ ਹੁੰਦਾ ਉਹਨੇ ਹੀਰਾ ਮੋਤੀ ਚੁਗਣਾ ਹੁੰਦਾ, ਉਸ ਨੇ ਮੋਤੀ ਚੁਗਣੇ ਹੁੰਦੇ ਨੇ। ਅਤੇ ਜਿਹੜਾ ਬਗਲਾ ਉਹ ਜਲ ਦੇ ਨੇੜੇ ਰਹਿੰਦਿਆਂ ਹੋਇਆਂ ਵੀ ਡੱਡੀਆਂ, ਮੱਛੀਆਂ, ਉਹਦਾ ਧਿਆਨ ਕਿਰਮ ਖਾਣ ਦੇ ਵਿੱਚ ਲੱਗਾ ਰਹਿੰਦਾ। ਮਹਾਰਾਜ ਜੀ ਇਸ ਵਾਸਤੇ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ ਮੋਤੀ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਕੋਈ ਚੋਰੀ ਨਹੀਂ ਕਰ ਸਕਦਾ। ਸਾਹਿਬ ਜੀ ਦਾ ਪਾਵਨ ਜਸ ਜਦ ਸੁਲਤਾਨਪੁਰ ਦੀ ਧਰਤੀ ਉੱਤੇ ਪੂਰਨ ਰੂਪ ਦੇ ਵਿੱਚ ਹੋ ਰਿਹਾ ਸੀ, ਇੱਕ ਵਪਾਰੀ ਵਿਅਕਤੀ ਨੇ ਮਹਾਰਾਜ ਜੀ ਦੇ ਪਾਸ ਰਹਿ ਕੇ ਦੇਖ ਕੇ ਉਹਨਾਂ ਦਾ ਜਸ ਵੱਧਦਾ ਹੋਏ ਉਹਨਾਂ ਦੀ ਨਕਲ ਕੀਤੀ, ਰੀਸ ਕੀਤੀ ਕਿ ਕਿਸੇ ਤਰ੍ਹਾਂ ਨਾਲ ਮੈਂ ਉਹਨਾਂ ਦੇ ਕੋਲੋਂ ਕਰਨੀ ਦੇ ਵਿੱਚ ਅਤੇ ਵੰਡਣ ਦੇ ਵਿੱਚ, ਜਸ ਦੇ ਵਿੱਚ ਸ੍ਰੇਸ਼ਟ ਬਣਾ। ਉਹਨੇ ਮਹਾਰਾਜ ਜੀ ਦੇ ਕਰਮ ਜਿਹੜੇ ਸੀ ਉਹਨਾਂ 'ਤੇ ਧਿਆਨ ਬੰਦ ਹੋਇਆ। ਉਹਨੇ ਦੇਖਿਆ ਕਿ ਮਹਾਰਾਜ ਜੀ ਸਵੇਰੇ ਸਵੇਰੇ ਸੁਬਾਹ ਵੇਲੇ ਅੰਮ੍ਰਿਤ ਵੇਲੇ ਉੱਠਦੇ ਨੇ, ਹਿੰਮਤੀ ਨੇ, ਉਦਮੀ ਨੇ, ਅਤੇ ਸਵੇਰੇ ਸਵੇਰੇ ਵੇਈਂ ਨਦੀ 'ਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। ਉਦੋਂ ਇਹ ਗੱਲ ਰਵਾਇਤ ਸੀ
ਕਿ ਕਈ ਲੋਕ ਇਵੇਂ ਸੀ, ਕੋਈ ਸੂਰਜ ਨੂੰ ਪੂਜਦਾ, ਹੁਣ ਵੀ ਇੱਦਾਂ ਹੁੰਦਾ, ਕੋਈ ਜਲ ਦੇਵਤੇ ਨੂੰ ਪੂਜਦਾ, ਕੋਈ ਅਗਨ ਦੇਵਤੇ ਨੂੰ ਪੂਜਦਾ, ਕਈ ਧਰਤੀ ਨੂੰ ਮਾਤਾ ਮੰਨ ਕੇ ਪੂਜਦੇ ਨੇ। ਤਾਂ ਉਹਦੇ ਮਨ ਦੇ ਵਿੱਚ ਆ ਗਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਰਨ ਦੇਵਤੇ ਨੂੰ ਮੰਨਦੇ ਨੇ, ਜਲ ਦੇਵਤੇ ਦਾ ਪੂਜਨ ਕਰਦੇ ਨੇ, ਇਸ ਕਰਕੇ ਉਹਨਾਂ ਦੇ ਜੀਵਨ ਵਿੱਚ ਬਰਕਤ ਹੈ। ਸਾਹਿਬ ਮਹਾਰਾਜ ਜੀ ਵੇਈਂ 'ਚ ਇਸ਼ਨਾਨ ਕਰਦੇ ਸੀ, ਉਹ ਵੀ ਵੇਈਂ 'ਚ ਜਾਣ ਲੱਗ ਪਿਆ। ਪਰ ਜਦੋਂ ਕੁਝ ਕੁ ਦਿਨ ਗਿਆ, ਇੱਕ ਦਿਨ ਉਹਦੇ ਮਨ ਦੇ ਵਿੱਚ ਇਹ ਗੱਲ ਆ ਗਈ ਵੀ ਜੇ ਉਹਨਾਂ 'ਤੇ ਵੱਡੇ ਬਣਨਾ ਤੇ ਕਰਮ ਵੱਡਾ ਕਰਨਾ ਪਏਗਾ। ਜੇ ਗੁਰੂ ਮਹਾਰਾਜ ਇੱਕ ਪੈਰ ਰਾਤ ਰਹਿੰਦੀ ਵੇਈਂ 'ਚ ਇਸ਼ਨਾਨ ਕਰਦੇ ਆ, ਤੇ ਕਿਉਂ ਨਾ ਮੈਂ ਡੇਢ ਪੈਰ ਰਹਿੰਦੀ ਰਾਤ ਵੇਈਂ 'ਚ ਜਾ ਕੇ ਇਸ਼ਨਾਨ ਕਰਾਂ। ਤਾਂ ਮਹਾਰਾਜ ਤੋਂ ਪਹਿਲਾਂ ਵੇਈਂ 'ਚ ਗਿਆ ਇਸ਼ਨਾਨ ਕਰਨ ਵਾਸਤੇ। ਅਗਲੇ ਪਾਸੇ ਵੇਈਂ ਦੇ ਵਿੱਚੋਂ ਵਾਲੇ ਪਾਸੇ ਤੋਂ ਇੱਕ ਹੋਰ ਪ੍ਰਾਣੀ ਜਿਹੜਾ ਸੀ ਚੱਲ ਕੇ ਸੁਲਤਾਨਪੁਰ ਨੂੰ ਆ ਰਿਹਾ ਸੀ। ਤਾਂ ਉਹਨੇ ਅਚਰਜਤਾ ਦੇ ਸਹਿਤ ਵੇਖਦਿਆਂ ਉਸ ਦੇ ਤਾਂ ਹੀ ਪੁੱਛਿਆ, ਭਾਈ ਤੂੰ ਕੌਣ ਹੈ ਜਿਹੜਾ ਇੰਨੀ ਕਮਾਈ ਵਾਲਾ ਵੀ ਮੇਰੇ ਤੋਂ ਪਹਿਲਾਂ ਗੁਰੂ ਨਾਨਕ ਤੇ ਪਹਿਲਾਂ ਉੱਠ ਕੇ ਤੇ ਇਸ਼ਨਾਨ ਕੀਤਾ ਹੈ ਜਲ ਦੇ ਵਿੱਚ, ਤੇ ਤੂੰ ਸੁਲਤਾਨਪੁਰ ਦਾ ਵਾਸੀ ਹੈ ਜਾਂ ਹੋਰ ਕਿਸੇ ਪਾਸੇ ਦਾ ਵਾਸੀ? ਤਾਂ ਉਹਨੇ ਬੜੀ ਅਧੀਨਗੀ ਨਾਲ, ਬੜੀ ਨਿਮਰਤਾ ਦੇ ਨਾਲ ਉਸ ਵਪਾਰੀ ਨੂੰ, ਉਸ ਜਿਹੜਾ ਸੀ ਕਰਮਕਾਂਡੀ ਨੂੰ ਉਹਨੇ ਉੱਤਰ ਦਿੱਤਾ ਕਿ ਮੈਂ ਜਲ ਦੇਵਤਾ ਹਾਂ। ਉਹਨੇ ਕਿਹਾ ਵੀ ਜਲ ਦੇਵਤਾ? ਤਾਂ ਫਿਰ ਜੇ ਤੂੰ ਜਲ ਦੇਵਤਾ ਤੇ ਤੂੰ ਕੀ ਕਰਦਾ ਸੁਲਤਾਨਪੁਰ 'ਤੇ, ਤੂੰ ਇਸ ਪਾਸੇ ਕਿਉਂ ਤੁਰਿਆ ਆਉਣਾ? ਉਸ ਨੇ ਕਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸਨ ਜਾ ਰਿਹਾ। ਕਾਰਨ? ਉਹਨਾਂ ਕਿਹਾ ਵੀ ਉਹ ਦੀਨ ਦੁਨੀਆ ਦੇ ਮਾਲਕ ਨੇ, ਜਦੋਂ ਮੇਰੇ ਵਿੱਚ ਆਣ ਕੇ ਇਸ਼ਨਾਨ ਕਰਦੇ ਮੈਂ ਵੀ ਪਾਵਨ ਹੋ ਜਾਂਦਾ, ਮੇਰੀ ਵੀ ਪਵਿੱਤਰਤਾ ਹੋ ਜਾਂਦੀ ਹੈ, ਅਤੇ ਇਸ ਵਾਸਤੇ ਮੈਂ ਜਦੋਂ ਉਹਨਾਂ ਦੇ ਚਰਨਾਂ ਨੂੰ ਸਪਰਸ਼ ਕਰਨਾ ਮੈਂ ਪਾਵਨ ਹੋ ਜਾਂਦਾ। ਫਿਰ ਉਹ ਜਦੋਂ ਕਿਰਪਾ ਕਰਦੇ ਨੇ, ਮੇਰੇ ਵਿੱਚ ਇਸ਼ਨਾਨ ਕਰਦੇ ਨੇ, ਤਾਂ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ ਉਹ ਜਗ੍ਹਾ ਜਗ੍ਹਾ ਵੀ ਸ੍ਰੇਸ਼ਟ ਹੋ ਗਈਆਂ, ਉਹ ਜਗ੍ਹਾ ਵੀ ਪੂਜਨਯੋਗ ਹੋਈਆਂ। ਇਸ ਵਾਸਤੇ ਹਜ਼ੂਰ ਮਹਾਰਾਜ ਜੀ ਦਾ ਜੋ ਪਾਵਨ ਬਚਨ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਮੋਤੀ ਵਸ ਜਾਂਦਾ, ਤਾਂ ਕੋਈ ਵੀ ਪ੍ਰਾਣੀ, ਕੋਈ ਵੀ ਵਿਅਕਤੀ ਗੁਣਾਂ ਤੋਂ ਬਿਨਾਂ ਉਹਨਾਂ ਦੀ ਰੀਸ ਕਰੇ, ਉਹਨਾਂ ਦੇ ਗੁਣਾਂ ਨੂੰ ਸੰਨ ਨਹੀਂ ਲਾ ਸਕਦਾ, ਉਹਨਾਂ ਦੇ ਗੁਣਾਂ ਨੂੰ ਚੋਰੀ ਨਹੀਂ ਕਰ ਸਕਦਾ, ਉਹਨਾਂ ਦੇ ਗੁਣਾਂ ਤੋਂ ਸੇਧ ਤਾਂ ਲੈ ਸਕਦਾ, ਉਹ ਉਹਨਾਂ ਦੇ ਗੁਣਾਂ ਨੂੰ ਖਤਮ ਨਹੀਂ ਕਰ ਸਕਦਾ। ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ, ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਰਸਨਾ ਤੋਂ, ਰੰਗ ਸਬੈ ਨਾਰਾਇਣੇ ਜੇਤੇ ਮਨ ਪਾਵਨ। ਜਿੰਨੇ ਵੀ ਰੰਗ ਮਨੁੱਖ ਦੇ ਮਨਾਂ ਨੂੰ ਭਾਉਂਦੇ ਹਨ, ਇਹ ਸਾਰੀ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਬ੍ਰਹਮ ਪਰਮਾਤਮਾ ਦੀ ਹੀ ਬਣਾਈ ਹੋਈ ਮਾਇਆ ਹੈ, ਉਸੇ ਦੇ ਹੀ ਬਣਾਏ ਹੋਏ ਸਾਰੇ ਰੰਗ ਹਨ ਜੋ ਮਾਲਕ ਬ੍ਰਹਮ ਨੇ ਸਿਰਜਣਾ ਕੀਤੀ ਹੈ। ਜੇਕਰ ਕਿਸੇ ਪ੍ਰਾਣੀ ਦਾ ਮਨ ਉਸ ਦੇ ਵਿੱਚ ਖਪਤ ਹੁੰਦਾ ਤਾਂ ਇਹ ਰੰਗ ਵੀ ਮਾਲਕ ਦੇ ਬਣਾਏ ਹੋਏ ਹਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਮਾਲਕ ਪਰਮਾਤਮਾ ਨੇ, ਪੰਜਵੇਂ ਸਤਿਗੁਰੂ ਜੀ ਫਰਮਾਨ ਕਰਦੇ ਹਨ, ਪਰਮਾਤਮਾ ਚਾਹੁੰਦਾ ਜੀ ਉਹੀ ਕਰਦਾ। ਉਹਦੇ ਭਾਣੇ ਤੋਂ ਗੁਰਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ, ਉਹਦੇ ਹੁਕਮ ਤੋਂ ਜੀਵ ਜਿਹੜਾ ਹੈ ਬਾਹਰ ਨਹੀਂ ਜਾ ਸਕਦਾ। ਜਿੰਨੇ ਵੀ ਜੀਅ ਨੇ, ਜੇ ਉਹ ਜੀਵਨ ਦੇ ਵਿੱਚ ਵਰਤਦੇ ਨੇ, ਕਰਦੇ ਨੇ, ਹੰਢਾਉਂਦੇ ਨੇ ਜਾਂ ਕਮਾਉਂਦੇ ਨੇ, ਉਹ ਮਾਲਕ ਦੇ ਹੁਕਮ ਦੇ ਵਿੱਚ ਹੀ ਉਹਨਾਂ ਦੇ ਜੀਵਨ ਦੀ ਕਾਰ ਚੱਲਦੀ ਹੈ। ਉਹ ਮਾਲਕ ਦੇ ਹੁਕਮ ਦੇ ਵਿੱਚ ਹੀ ਸਾਰੇ ਜੀਵਨ ਦੀ ਕਾਰ ਕਮਾਉਂਦੇ ਹਨ। ਜੋ ਪ੍ਰਭ ਕੀਤੇ ਆਪਣੇ ਸਈ ਕਹੀਐ ਧੰਨ। ਇਸ ਵਾਸਤੇ ਸਾਹਿਬ ਮਹਾਰਾਜ ਜੀ ਫਰਮਾਨ ਕੀਤਾ ਹੈ ਕਿ ਜਿਨ੍ਹਾਂ ਪ੍ਰਾਣੀਆਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ ਹੈ,
ਜੋ ਪਰਮਾਤਮਾ ਦੇ ਬਣ ਗਏ ਹਨ ਤਾਂ ਉਹ ਧਨਤਾ ਦੇ ਯੋਗ ਹੋ ਜਾਂਦੇ ਹਨ। ਗੁਰੂ ਮਹਾਰਾਜ ਜੀ ਉਹਦੀ ਕਿਰਪਾ ਦੇ ਨਾਲ ਉਹ ਧਨਤਾ ਦੇ ਯੋਗ ਕਿਵੇਂ ਹੁੰਦੇ ਨੇ, ਮਾਲਕ ਉਹਨਾਂ ਨੂੰ ਆਪਣੇ ਕਿਵੇਂ ਬਣਾ ਲੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸ਼੍ਰੀ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾ ਰਹੇ ਸੀ ਤਾਂ ਚਾਰੇ ਵਰਨਾਂ ਦੇ, ਚਾਰੇ ਦਿਸ਼ਾਵਾਂ ਦੇ ਸਤਸੰਗੀ ਸਿੱਖ ਜਗਿਆਸੂ ਚੱਲ ਕੇ ਗੁਰੂ ਮਹਾਰਾਜ ਦੀ ਸੰਗਤ ਵਿੱਚ ਆ ਕੇ ਸਿੱਖੀ ਧਾਰਨ ਕਰ ਰਹੇ ਸੀ, ਮਹਾਰਾਜ ਦੇ ਉਪਦੇਸ਼ ਦੇ ਨਾਲ ਜੁੜ ਰਹੇ ਸੀ। ਪਰ ਆਪੋ ਆਪਣੀਆਂ ਮਨਸ਼ਾਵਾਂ ਵੀ ਸਭ ਦੀਆਂ ਹੁੰਦੀਆਂ ਨੇ, ਕਈ ਮਨਸ਼ਾ ਕਰਕੇ ਵੀ ਜੁੜੇ ਸਨ। ਇਸੇ ਦੇ ਹੀ ਅੰਤਰਗਤ ਇੱਕ ਬਠਿੰਡੇ ਦੀ ਧਰਤੀ ਦੇ ਰਹਿਣ ਵਾਲੇ ਪੰਡਤ ਗੰਗਾ ਰਾਮ ਜੀ ਕਿਸਾਨ ਸਨ। ਉਹਨਾਂ ਨੇ ਆਪਣੇ ਕਿਰਤ ਦੇ ਵਿੱਚੋਂ, ਕਿਸਾਨੀ ਦੇ ਵਿੱਚ ਉਹਨਾਂ ਨੇ ਬਾਜਰੇ ਦੀ ਫਸਲ ਬੀਜੀ। ਜਦੋਂ ਬਾਜਰੇ ਦੀ ਫਸਲ ਤਿਆਰ ਹੋਈ ਤਾਂ ਉਸ ਵੇਲੇ ਫਿਰ ਫਿਰ ਕੇ ਥਾਂ ਥਾਂ ਦੇ ਉੱਤੇ ਜਿਹੜੀ ਸੀ ਫਸਲ ਵੇਚੀ ਜਾਂਦੀ ਸੀ। ਧਨੀ ਵਿਅਕਤੀ ਸੀ, ਉਹਨਾਂ ਨੇ ਆਪਣੀ ਫਸਲ ਨੂੰ ਗੱਡਿਆਂ ਦੇ ਉੱਤੇ ਲੱਦ ਲਿਆ। ਪਤਾ ਕਰਨ ਲੱਗ ਪਏ ਸਭ ਤੋਂ ਵੱਡਾ ਮੰਡੀਕਰਨ, ਸਭ ਤੋਂ ਵੱਧ ਫਸਲ ਇੱਕ ਥਾਂ 'ਤੇ ਕਿੱਥੇ ਵਿਕੇਗੀ। ਉਹਨਾਂ ਨੇ ਇਹ ਫੈਸਲਾ ਕੀਤਾ ਕਿ ਮੈਂ ਤਾਂ ਆਪਣੀ ਫਸਲ ਨੂੰ ਇੱਕੇ ਥਾਂ ਦੇ ਉੱਤੇ ਵੇਚਣਾ ਹੈ। ਪੁੱਛਦਿਆਂ ਪਛਾਣਦਿਆਂ ਉਹਨਾਂ ਨੂੰ ਪਤਾ ਲੱਗਿਆ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਲੇ ਜਾਓ, ਉੱਥੇ ਪੰਜਵੇਂ ਸਤਿਗੁਰੂ ਜੀ ਸਰੋਵਰ ਦੀ ਕਾਰ ਕਰਵਾ ਰਹੇ ਹਨ। ਸੰਗਤਾਂ ਦੀ ਬੜੀ ਭਾਰੀ ਆਮਦ ਹੈ, ਲੰਗਰ ਦੇ ਵਿੱਚ ਅਨਾਜ ਦੀ ਵੀ ਬਹੁਤ ਵੱਡੀ ਲਾਗਤ ਹੈ। ਇਸ ਵਾਸਤੇ ਤੁਸੀਂ ਉੱਥੇ ਜਦੋਂ ਜਾਓਗੇ ਤਾਂ ਲੋੜ ਪਏਗੀ। ਪਰ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਵਪਾਰ ਦੀ ਮੁਨਾਫੇ ਦੀ ਮਨਸ਼ਾ ਰੱਖ ਕੇ ਪਹੁੰਚਿਆ ਤਾਂ ਉਸਨੇ ਗੁਰੂ ਘਰ ਮੱਥਾ ਟੇਕਿਆ। ਗੁਰੂ ਕੇ ਲੰਗਰ ਦੇ ਵਿੱਚ ਪਤਾ ਕੀਤਾ ਕਿ ਅਨਾਜ ਜੇ ਚਾਹੀਦਾ ਤਾਂ ਮੈਂ ਵੇਚਣਾ ਹੈ। ਪਰ ਗੁਰੂ ਕੇ ਲੰਗਰ ਦੇ ਮੁਖੀ ਸਿੱਖ ਨੇ ਇਹ ਗੱਲ ਕਹੀ, ਗੁਰੂ ਘਰ ਦੇ ਵਿੱਚ ਅਨਾਜ ਦੀ ਅਜੇ ਲੋੜ ਨਹੀਂ ਹੈ, ਜੇ ਲੋੜ ਪਏਗੀ ਤਾਂ ਤੁਹਾਨੂੰ ਜ਼ਰੂਰ ਸੂਚਿਤ ਕੀਤਾ ਜਾਏਗਾ। ਇਸ ਵਾਸਤੇ ਉਸਨੇ ਆਪਣੇ ਹਿਸਾਬ ਨਾਲ ਅੰਦਾਜ਼ਾ ਲਗਾਇਆ ਵੀ ਲੋੜ ਪੈ ਜਾਣੀ ਹੈ ਤਾਂ ਉਹ ਸੰਗਤ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਟਿਕ ਗਿਆ, ਰਹਿਣ ਲੱਗ ਪਿਆ। ਉਹਨੇ ਕਈ ਪ੍ਰਾਣੀਆਂ ਨੂੰ ਪੁੱਛਿਆ, ਭਾਈ ਜਦੋਂ ਤੁਸੀਂ ਗੁਰੂ ਘਰ ਵਿੱਚ ਕੰਮ ਕਰਨੇ ਹੋ, ਸੇਵਾ ਕਰਨੇ ਹੋ, ਬਦਲੇ ਵਿੱਚ ਤੁਹਾਨੂੰ ਗੁਰੂ ਜੀ ਪੈਸਾ ਦਿੰਦੇ? ਉਹਨਾਂ ਨੇ ਕਈਆਂ ਨੇ ਕਹਿਣਾ ਸਾਡੇ ਜੀਵਨ ਦੀਆਂ ਮਨੋਰਥ ਗੁਰੂ ਘਰ ਤੋਂ ਪੂਰੇ ਹੋਏ ਆ। ਕਈਆਂ ਨੇ ਇਹ ਕਹਿਣਾ ਸਾਡੇ ਘਰ ਜਿਹੜਾ ਪਹਿਲਾਂ ਹੀ ਦਿੱਤਾ ਉਹ ਗੁਰੂ ਕਾ ਦਿੱਤਾ ਬਹੁਤ ਕੁਝ ਆ, ਹੁਣ ਅਸੀਂ ਸ਼ੁਕਰਾਨਾ ਕਰਕੇ ਸੇਵਾ ਕਰਨੇ ਹਾਂ। ਕਦੇ ਕਦੇ ਇਸ ਜਿਹੜਾ ਕਿਸਾਨ ਆਇਆ ਸੀ ਇਹਦਾ ਮਨ ਵੀ ਸੰਗਤ ਦੇ ਵਿੱਚ ਟਿਕਣ ਲੱਗ ਪਿਆ। ਕਦੇ ਸੇਵਾ ਕਰਦਾ, ਕਦੇ ਸੋਚਦਾ ਮੇਰਾ ਜਿਹੜਾ ਹੈ ਅਨਾਜ ਵਿਕ ਜਾਏ। ਇੱਕ ਦਿਨ ਇਹਦੀ ਜਿਹੜੀ ਮਨਸ਼ਾ ਸੀ ਉਹਨੂੰ ਵੀ ਭਾਗ ਲੱਗੇ। ਗੁਰੂ ਕੇ ਲੰਗਰ ਦੇ ਵਿੱਚ ਅਨਾਜ ਦੀ ਜਿਹੜੀ ਸੀ ਥੋੜ੍ਹ ਆਈ। ਲੰਗਰ ਦੇ ਮੁਖੀਏ ਜਥੇਦਾਰ ਨੇ ਕਿਹਾ ਭਾਈ ਤੁਸੀਂ ਆਪਣਾ ਬਾਜਰਾ ਵੇਚਣਾ ਹੈ ਅਤੇ ਸਾਨੂੰ ਤੋਲ ਕੇ ਦੇ ਦਿਓ। ਇਹਨੇ ਤੋਲ ਕੇ ਦਿੱਤਾ। ਅਗਲੇ ਦਿਨ ਫਿਰ ਲੋੜ ਪਈ, ਫਿਰ ਤੋਲਿਆ, ਫਿਰ ਲੋੜ ਪਈ। ਸਾਰਾ ਦਾ ਸਾਰਾ ਅਨਾਜ ਜਿਹੜਾ ਸੀ ਗੁਰੂ ਕੇ ਲੰਗਰ ਵਿੱਚ ਲੱਗ ਗਿਆ। ਅਜੇ ਉਸ ਦੀ ਜਿਹੜੀ ਸੀ ਭੁਗਤਾਨ ਹੋਣਾ ਸੀ। ਮਹਾਰਾਜ ਨੇ ਜਦੋਂ ਕਿ ਕੋਈ ਸੰਗਤ ਦਾ ਮੇਲਾ ਇਕੱਠ ਹੁੰਦਾ ਉਦੋਂ ਜਿਹੜੇ ਭੁਗਤਾਨ ਸੀ ਗੁਰੂ ਮਹਾਰਾਜ ਕਰਦੇ ਸੀ। ਇਹ ਕੁਝ ਸਮਾਂ ਦਰਬਾਰ ਸਾਹਿਬ ਦੀਆਂ ਸੰਗਤਾਂ ਦੇ ਵਿੱਚ ਰਿਹਾ ਤਾਂ ਜਦੋਂ ਮਹਾਰਾਜ ਜੀ ਭੁਗਤਾਨ ਲੱਗੇ ਕਰਨ ਤਾਂ ਲੰਗਰ ਦੇ ਮੁਖੀਆਂ ਨੇ ਦੱਸਿਆ ਗੁਰੂ ਸਾਹਿਬ ਜੀ ਦੇ ਸਨਮੁਖ ਭਈ ਇਸ ਦੇ ਪੈਸੇ ਦੇਣੇ ਨੇ, ਸੰਗਤਾਂ ਦੇ ਵਾਸਤੇ ਜਿਹੜਾ ਲੰਗਰ ਪੱਕਦਾ ਉਹਦੇ ਵਿੱਚ ਅਨਾਜ ਇਸ ਦੇ ਕੋਲੋਂ ਆਪਾਂ ਨੇ ਉਧਾਰ ਲਿਆ ਸੀ। ਗੁਰੂ ਮਹਾਰਾਜ ਤਰੁੱਠੇ। ਸਾਹਿਬ ਜੀ ਕਹਿਣ ਲੱਗੇ ਜਿੰਨੇ ਇਸ ਦੇ ਪੈਸੇ ਬਣਦੇ ਨੇ, ਜਿੰਨਾ ਇਸ ਦੇ ਪੈਸੇ ਦਾ ਮੁੱਲ ਬਣਦਾ ਹੈ ਉਹਦੇ ਤੋਂ ਮਹਾਰਾਜ ਕਹਿੰਦੇ ਵੱਧ ਇਸ ਨੂੰ ਦੇ ਦਿਓ। ਇਹਨੂੰ ਹੋਰ ਖੁਸ਼ੀ ਹੋ ਗਈ ਕਿ ਮੈਨੂੰ ਤਾਂ ਜਿੰਨਾ ਮੈਂ ਮੁਨਾਫਾ ਚਾਹੁੰਦਾ ਸੀ ਉਹ ਤਾਂ ਮਿਲਿਆ, ਮਹਾਰਾਜ ਨੇ ਵੱਧ ਦੇ ਦਿੱਤਾ। ਇਹ ਮੁਨਾਫੇ ਨੂੰ ਮੁੱਖ ਰੱਖ ਕੇ ਵਾਪਸ ਚੱਲਿਆ। ਤਾਂ ਜਦੋਂ ਆਪਣੇ ਘਰ ਪਹੁੰਚਿਆ
ਤਾਂ ਆਪਣੇ ਬੱਚਿਆਂ ਨੂੰ ਮਿਲਿਆ, ਪਰਿਵਾਰ ਨੂੰ ਮਿਲਿਆ, ਘਰਵਾਲੀ ਨੂੰ ਮਿਲਿਆ, ਕਹਿੰਦਾ ਬੜਾ ਮੁਨਾਫਾ ਹੋਇਆ। ਤਾਂ ਉਹਦੀ ਪਤਨੀ ਨੇ, ਬੱਚਿਆਂ ਨੇ ਕਿਹਾ ਵੀ ਤੁਸੀਂ ਇਹ ਮੁਨਾਫਾ ਕਿੱਥੋਂ ਮਿਲਿਆ? ਉਹਨਾਂ ਕਿਹਾ ਵੀ ਗੁਰੂ ਘਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਸ ਰਹੀ ਹੈ, ਚਾਰੇ ਵਰਨਾਂ ਦੇ ਲੋਕ ਸਤਸੰਗੀ ਸੇਵਾ ਕਰਦੇ ਨੇ, ਉੱਥੇ ਆਪਣਾ ਅਨਾਜ ਲੱਗ ਗਿਆ। ਕਈ ਤਾਂ ਇਵੇਂ ਹੀ ਸੇਵਾ ਕਰਦੇ ਨੇ, ਉਹ ਮਨੋਰਥ ਵਿੱਚ ਲਾਭ ਦੀ ਇੱਛਾ ਵੀ ਨਹੀਂ ਰੱਖਦੇ। ਉਹਦੀ ਘਰਵਾਲੀ ਨੇ ਕਿਹਾ ਜਿਹੜਾ ਤੁਹਾਨੂੰ ਗੁਰੂ ਜੀ ਨੇ ਲੋੜ ਤੋਂ ਵੱਧ ਪੈਸੇ ਦਿੱਤੇ, ਤੁਸੀਂ ਉੱਥੇ ਹੀ ਭੇਟ ਕਰ ਆਓ। ਉਹਨੇ ਕਿਹਾ ਕਾਰਨ? ਉਸਨੇ ਦੱਸਿਆ ਵੀ ਜਦ ਤੁਸੀਂ ਉੱਥੇ ਸੇਵਾ ਕੀਤੀ, ਉੱਥੇ ਰਹੇ, ਸਾਡੇ ਘਰ 'ਚ ਬੜਾ ਸੁੱਖ ਸ਼ਾਂਤੀ ਰਹੀ, ਕਿਸੇ ਬਿਮਾਰੀ ਜਾਂ ਅਲਾਮਤ ਨੇ ਨਹੀਂ ਛੇੜਿਆ, ਘਰ ਦੇ ਵਿੱਚ ਮਾਹੌਲ ਵਾਤਾਵਰਨ ਸੁਹਾਵਣਾ ਰਿਹਾ। ਤਾਂ ਨਾਲੇ ਤੁਸੀਂ ਜਿਹੜੀ ਆਪਣੀ ਕਮਾਈ ਕੀਤੀ ਉਹਦੇ ਵਿੱਚੋਂ ਦਸਵੰਧ ਕੱਢ ਕੇ ਆਇਆ ਜੀ। ਜਦੋਂ ਹੁਣ ਉਹ ਦੁਬਾਰਾ ਆਇਆ ਤਾਂ ਉਹਨੂੰ ਪਤਾ ਲੱਗਾ ਕਿ ਗੁਰੂ ਕੇ ਦਰ ਦੇ ਉੱਤੇ ਰਹਿਣ ਦਾ, ਗੁਰੂ ਕੇ ਦਰ 'ਤੇ ਸੇਵਾ ਕਰਨ ਦਾ ਇੱਕ ਵੱਖਰਾ ਫਲ ਹੈ। ਜਦੋਂ ਮਹਾਰਾਜ ਦੇ ਪਾਸ ਚੱਲ ਕੇ ਆਇਆ ਤਾਂ ਗੁਰੂ ਕਾ ਸਿੱਖ ਬਣ ਚੁੱਕਿਆ ਸੀ, ਸੇਵਾ ਭਾਵਨਾ ਨਾਲ ਆਇਆ, ਵਪਾਰੀ ਨਹੀਂ ਸੀ ਰਿਹਾ ਹੋਇਆ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਕੀਤਾ ਉਹ ਧਨਤਾ ਦੇ ਯੋਗ ਹੋ ਜਾਂਦੇ ਨੇ। ਜਿਵੇਂ ਕੋਈ ਸਿੱਖ ਹੈ ਉਹ ਗੁਰੂ ਵਾਲਾ ਬਣਦਾ ਹੈ ਤਾਂ ਗੁਰੂ ਮਹਾਰਾਜ ਵੀ ਉਹ ਸਿੱਖ ਵਾਲੇ ਬਣ ਜਾਂਦੇ ਆ, ਭਾਵ ਕਿ ਉਹ ਆਪਣੇ ਸਿੱਖ ਦਾ ਪੱਖ ਕਰਦੇ ਨੇ। ਜੇ ਕੋਈ ਸਿੱਖ ਦੇ ਮਨ ਦੇ ਵਿੱਚ ਮੁਰਾਦ ਹੋਵੇ ਮੈਂ ਗੁਰੂ ਕਾ ਸਿੱਖ ਬਣਨਾ, ਤਾਂ ਮਹਾਰਾਜ ਉਹਦੇ 'ਤੇ ਤੁਰੁੱਠ ਜਾਂਦੇ ਨੇ, ਉਹ ਵੀ ਉਹਦੇ ਹੋ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਇਸ ਵਾਸਤੇ ਉਹ ਧਨਤਾ ਦੇ ਯੋਗ ਹੋ ਜਾਂਦੇ ਜਿਹੜੇ ਇਸ ਤਰ੍ਹਾਂ ਦੀ ਅਵਸਥਾ ਵਿੱਚ ਆ ਜਾਂਦੇ ਹਨ। ਆਪਨ ਲਿਆ ਜੀ ਮਿਲੈ ਵਿਛੜ ਕਿਉ ਰਵਨ। ਅਕਸਰ ਅਸੀਂ ਜਦੋਂ ਮੂਲ ਮੰਤਰ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਸ਼ਬਦ ਮੂਲ ਮੰਤਰ ਦੇ ਅਖੀਰ ਵਿੱਚ ਆਉਂਦਾ ਗੁਰਪ੍ਰਸਾਦ। ਜੇ ਆਪਾਂ ਆਪਣੀ ਮਨ ਮਤ ਦੇ ਮੁਤਾਬਕ ਜਾਂ ਆਪਣੀ ਸਿਆਣਪ ਦੇ ਨਾਲ ਮਾਲਕ ਨੂੰ ਮਿਲ ਸਕਦੇ ਹੋਈਏ ਤਾਂ ਫਿਰ ਤਾਂ ਉਹਦੇ 'ਤੇ ਆਪਾਂ ਲਾਗੇ ਹੀ ਨਾ ਹੋਈਏ, ਫਿਰ ਤਾਂ ਸਾਡਾ ਵਿਛੋੜਾ ਵੀ ਨਾ ਪਵੇ। ਫਿਰ ਆਪਣੀ ਸਿਆਣਪ ਨਾਲ ਇਕੱਲੇ ਮਿਲ ਸਕਦੇ ਹੋਈਏ, ਫਿਰ ਤਾਂ ਸਾਡੇ ਜੀਵਨ ਵਿੱਚ ਦੁੱਖ ਤਕਲੀਫ ਹੀ ਨਾ ਹੋਵੇ, ਤਾਂ ਹੱਲ ਆਪ ਕਰ ਸਕਦੇ ਹੋਈਏ। ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਹਨ ਜੇ ਬੰਦੇ ਦੀ ਆਪਣੇ ਮਨ ਹੱਠ ਕੰਮ ਕਰੇ ਫਿਰ ਵਿਅਕਤੀ ਆਪਣੇ ਜੀਵਨ ਦੇ ਵਿੱਚ ਚਿੰਤਾ ਅਤੇ ਗਮ ਜਾਂ ਸੋਕ ਦੁੱਖ ਦੇ ਵਿੱਚ ਕਿਵੇਂ ਪਵੇ। ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ। ਇਸ ਵਾਸਤੇ ਜਿਨ੍ਹਾਂ ਨੂੰ ਸਾਧ ਸੰਗਤ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਪੰਜਵੇਂ ਸਤਿਗੁਰੂ ਜੀ ਫਰਮਾਨ ਕਰਦੇ ਹਨ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਂਦੀ ਹੈ ਉਹਨਾਂ ਨੂੰ ਹੀ ਪਰਮਾਤਮਾ ਦੇ ਨਾਮ ਦਾ ਜਿਹੜਾ ਰੰਗ ਹੈ ਉਹ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਵੀ ਕਿਸ ਅਸਥਾਨ ਦੇ ਉੱਤੇ ਕੋਈ ਸਿੱਖ ਗੁਰੂ ਵਾਲਾ ਬਣਦਾ ਹੈ ਅਤੇ ਜਿਹੜੇ ਗੁਰੂ ਕੇ ਦੂਸਰੇ ਸਿੱਖ ਨੇ ਉਹਦੇ ਸਤਸੰਗੀ ਬਣ ਜਾਂਦੇ ਨੇ। ਜਥਾ ਕਿ ਗੁਰੂ ਕੀ ਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ ਕਿ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸਿਓ ਰੰਗ। ਜਿਸ ਦੇ ਉੱਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹਨੂੰ ਸਾਧ ਸੰਗਤ ਦਾ ਸੰਗ ਮਿਲ ਜਾਂਦਾ। ਜੇ ਸਤ ਸੰਗ ਮਿਲ ਗਈ ਫਿਰ ਉਹ ਗੁਰੂ ਵਾਲਾ ਬਣ ਗਿਆ, ਜੇ ਗੁਰੂ ਦੇਵ ਦੀ ਸੰਗਤ ਮਿਲ ਗਈ ਫਿਰ ਉਹਨੂੰ ਸਤਸੰਗੀ ਬਣ ਗਿਆ। ਉਹ ਮਾਲਕ ਦੇ ਰੰਗ ਨੂੰ ਮਾਣਦਾ ਹੈ, ਜੀਵਨ ਦੇ ਵਿੱਚ ਮਹਿਸੂਸ ਕਰਦਾ ਹੈ। ਉਹ ਫਿਰ ਆਪਣੇ ਜੀਵਨ ਵਿੱਚ ਕਦੇ ਇਕੱਲਾ ਨਹੀਂ ਰਹਿੰਦਾ। ਉਹਦੇ ਨਾਲ ਜਿਵੇਂ ਅਸੀਂ ਸ਼ਬਦ ਵਰਤਦੇ ਹਾਂ ਗੁਰਮੁਖ, ਗੁਰਸਿੱਖ। ਗੁਰਮੁਖ ਜਿਹੜਾ ਗੁਰੂ ਕੇ ਮੁਖ ਸਨਮੁਖ ਰਹਿੰਦਾ, ਗੁਰਸਿੱਖ ਜਿਹੜਾ ਗੁਰੂ ਕੀ ਸਿੱਖਿਆ ਉੱਤੇ ਚੱਲਦਾ। ਮਹਾਰਾਜ ਕਹਿੰਦੇ ਫਿਰ ਉਹਨੂੰ ਪਰਮਾਤਮਾ ਦੇ ਨਾਮ ਨੂੰ ਰੰਗ ਨੂੰ ਮਾਨਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਹਰ ਜੀਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ। ਹਰੀ ਜੇਠ ਭਾਵ ਕਿ ਸਭ ਤੋਂ ਜਿਹੜਾ ਵੱਡਾ ਹੈ। ਦਾਸ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ, ਜੇਠ ਦਾ ਅਰਥ ਹੈ ਜੇਸ਼ਟ। ਮਹੀਨਿਆਂ ਦੇ ਵਿੱਚ ਜੇਠ ਦਾ ਮਹੀਨਾ ਆਕਾਰ ਕਰਕੇ ਦਿਨ ਦੇ ਹਿਸਾਬ ਨਾਲ ਵੱਡਾ ਹੈ। ਇਸ ਤਰ੍ਹਾਂ ਨਾਲ ਦੁਨੀਆ ਦੇ ਵਿੱਚ ਰਹਿਮਤਾਂ ਦੀ ਜਦੋਂ ਗੱਲ ਹੁੰਦੀ ਹੈ, ਬਰਕਤਾਂ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਵੱਧ ਸੰਸਾਰ ਦੇ ਉੱਤੇ ਸ੍ਰੇਸ਼ਟ ਹੈ, ਜੇਸ਼ਟ ਹੈ ਪਰਮਾਤਮਾ। ਮਹਾਰਾਜ ਜੀ ਫਰਮਾਨ ਕਰਦੇ ਹਨ ਜਿਸ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ
ਉਹਦੇ ਭਾਗ ਜਿਹੜੇ ਮੱਥੇ ਦੇ ਜਿਹੜੇ ਭਾਗ ਜਿਹੜੇ ਨੇ ਮਣਾ ਮੂਹੀ ਹੋਏ। ਜਿਸ ਨੂੰ ਮਾਲਕ ਦੇ ਨਾਮ ਦਾ ਰੰਗ ਚੜ੍ਹ ਗਿਆ, ਉਹਦਾ ਜੀਵਨ ਜਿਹੜਾ ਹੈ ਉਹ ਮਣਾ ਮੂਹੀ ਹੋ ਗਿਆ। ਉਹਦੇ ਜੀਵਨ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਹੀ ਰੰਗ ਚੜ੍ਹ ਗਿਆ। ਉਹਦੇ ਮਸਤਕ ਦੇ ਜਿਹੜੇ ਭਾਗ ਸੀ ਉਹ ਸ੍ਰੇਸ਼ਟ ਸਨ। ਇਸ ਵਾਸਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਪਾਵਨ ਬਚਨ ਉਚਾਰਨ ਕੀਤਾ ਹੈ ਕਿ ਸਭ ਤੇ ਸ੍ਰੇਸ਼ਟ, ਸਭ ਤੇ ਸ਼੍ਰੋਮਣੀ ਹੈ ਜੋ ਪਰਮਾਤਮਾ ਹੈ। ਜਿਹੜੇ ਪ੍ਰਾਣੀ ਵੀ ਉਸ ਦੇ ਨਾਲ ਜੁੜ ਜਾਂਦੇ ਨੇ ਤਾਂ ਮਹਾਰਾਜ ਜੀ ਫਰਮਾਨ ਕਰਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਜੀਵਨ ਦੇ ਵਿੱਚ ਕੋਈ ਵਾਧਾ, ਕੋਈ ਰੁਕਾਵਟ, ਕੋਈ ਦੁੱਖ ਨਹੀਂ ਰਹਿ ਜਾਂਦਾ। ਇਸ ਵਾਸਤੇ ਭਾਈ ਸਾਰੇ ਪ੍ਰਾਣੀਆਂ ਨੂੰ ਸਾਹਿਬ ਮਹਾਰਾਜ ਜੀ ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਉਪਦੇਸ਼ ਰਾਹੀਂ, ਆਪਣੀ ਸਿੱਖ ਮਤ ਰਾਹੀਂ ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਸਿੱਖ ਮਤ ਬਖਸ਼ਿਸ਼ ਕੀਤੀ ਹੈ। ਨਹੀਂ ਤਾਂ ਕਈ ਪ੍ਰਾਣੀਆਂ ਦੀ ਮਨ ਬਿਰਤੀ ਹੁੰਦੀ ਹੈ, ਉਹ ਕਿਸੇ ਛੋਟੀ ਚੀਜ਼ ਦੇ ਉੱਤੇ ਹੀ ਆਪਣਾ ਜੀਵਨ ਜਿਹੜਾ ਹੈ ਉਹਨਾਂ ਦੀ ਭਟਕਣਾ ਬਣੀ ਰਹਿੰਦੀ ਹੈ, ਜਿਸ ਨੂੰ ਪ੍ਰਾਪਤ ਕਰਕੇ ਵੀ ਜੀਵਨ ਦਾ ਆਨੰਦ ਨਹੀਂ ਬਣਦਾ। ਤਾਂ ਮਹਾਰਾਜ ਜੀ ਨੇ ਇਸ ਵਾਸਤੇ ਫਰਮਾਨ ਕੀਤਾ, ਜਿਹੜੇ ਮਾਲਕ ਦੇ ਦਰ ਦੇ ਨਾਲ ਜੁੜ ਗਏ, ਉਹਦੇ ਦਰ ਦੇ ਮੁਰੀਦ ਹੋ ਗਏ, ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ ਉਹਦੇ ਨਾਲ ਜੁੜਨ ਦੇ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਦੀ ਮੁਥਾਜਗੀ ਨਹੀਂ ਰਹਿ ਗਈ, ਗੁਲਾਮੀ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਨੇ ਜਿਵੇਂ ਸਾਡੇ ਜੀਵਨ ਦੇ ਵਿੱਚ ਸਾਡੀ ਉਮਰ ਜਿਹੜੀ ਆ ਉਹ ਵਿਸ਼ੇਸ਼ ਮਹਾਨਤਾ ਰੱਖਦੀ ਹੈ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦੇ ਵਾਸਤੇ ਸਮਾਂ ਮਿਲਦਾ ਉਹ ਵੀ ਉਹਨੂੰ ਇੰਨਾ ਹੀ ਕੀਮਤੀ ਹੁੰਦਾ। ਜੇ ਸਾਡੇ ਜੀਵਨ ਵਿੱਚ ਕਾਲ ਸਮਾਂ ਜ਼ਰੂਰੀ ਹੈ, ਪਰ ਜਿਨ੍ਹਾਂ ਪ੍ਰਾਣੀਆਂ ਦੀ ਬਿਰਤੀ ਅਕਾਲ ਦੇ ਨਾਲ ਜੁੜ ਜਾਂਦੀ ਹੈ, ਅਕਾਲ ਪੁਰਖ ਨਾਲ ਜੁੜ ਜਾਂਦੀ ਹੈ, ਜਿਸ ਤੋਂ ਸਾਰੇ ਜੀਵਨ ਦਾ, ਸਾਡੇ ਜੀਵਨ ਦਾ ਜਿਸ ਤੋਂ ਜਨਮ ਹੋਇਆ, ਜਿਸ ਤੋਂ ਉਤਪਤੀ ਹੋਈ ਹੈ, ਜਦੋਂ ਅਕਾਲ ਨਾਲ ਜੁੜ ਗਈ ਫਿਰ ਚਿੰਤਾਵਾਂ ਵੀ ਮੁੱਕ ਗਈਆਂ। ਜਦੋਂ ਵੱਡੇ ਨਾਲ ਜੁੜ ਗਈ ਤੇ ਛੋਟੀਆਂ ਚਿੰਤਾਵਾਂ, ਦੁੱਖ, ਤਕਲੀਫ, ਕਸ਼ਟ, ਸੰਦੇਹ ਉਹ ਨਾ ਕੋਈ ਰਹੇ। ਇਸ ਤਰ੍ਹਾਂ ਦੇ ਨਾਲ ਸਾਹਿਬ ਮਹਾਰਾਜ ਜੀ ਦਾ ਜੋ ਪਵਿੱਤਰ ਉਪਦੇਸ਼ ਹੈ, ਸਾਨੂੰ ਮਹੀਨੇ ਦੇ ਸ਼ਬਦ ਦੇ ਵਿੱਚੋਂ ਜੋ ਪ੍ਰਾਪਤ ਹੁੰਦਾ, ਉਹਦੇ ਵਿੱਚ ਸਾਹਿਬ ਮਹਾਰਾਜ ਜੀ ਨੇ ਸਾਡੀ ਜਿਹੜੀ ਸੁਰਤੀ ਹੈ ਬ੍ਰਹਮ ਨਾਲ ਜੋੜੀ ਹੈ। ਦਾਸ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ ਕਿ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਨੇ ਕਿ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋਂ ਸਾਧ ਵਿਚਾਰੇ, ਗਾਵਨ ਤੁਧਨੋਂ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ। ਤੈਨੂੰ ਜਤੀ ਸਤੀ ਵੀ ਗਾਉਂਦੇ ਹਨ, ਕਰਾਰੇ ਵੀਰ ਵੀ ਗਾਉਂਦੇ ਹਨ, ਜਿਹੜੇ ਬੜੇ ਤਕੜੇ ਹਨ। ਸਿੱਧ ਜਿਹੜੇ ਨੇ ਸਮਾਧੀ ਲਾ ਕੇ ਗਾਉਂਦੇ ਨੇ, ਸਾਧ ਜਿਹੜੇ ਹਨ ਉਹ ਵੀ ਤੇਰੀ ਵਿਚਾਰ ਕਰਦੇ ਹਨ। ਇਸ ਤਰ੍ਹਾਂ ਨਾਲ ਇੰਦਰ ਵਰਗੇ ਦੇਵਤੇ ਆਦਰ ਨਾਲ ਗਾਉਂਦੇ ਹਨ। ਤਾਂ ਮਹਾਰਾਜ ਜੀ ਨੇ ਫਰਮਾਨ ਕੀਤਾ ਇਸ ਵਾਸਤੇ, ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਕਿੰਨੇ ਹੀ ਜ਼ਿਆਦਾ ਜਾਣੇ ਤੁਹਾਨੂੰ ਗਾਉਂਦੇ ਨੇ, ਜਿਹੜੇ ਮੇਰੇ ਚਿੱਤ ਦੇ ਵਿੱਚ ਵੀ ਨਹੀਂ ਆਉਂਦੇ, ਮੈਂ ਉਹਨਾਂ ਦੀ ਕੀ ਵਿਚਾਰ ਕਰਾਂ। ਸਾਹਿਬ ਪੰਜਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਾਵਨ ਰੂਹਾਨੀਅਤ ਦਾ ਜਿਹੜਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਬਾਣੀ ਜਿਹੜੀ ਹੈ ਉਹ ਸਿੱਖ ਦੇ ਵਾਸਤੇ, ਜਦੋਂ ਅਸੀਂ ਗੁਰੂ ਕੀ ਬਾਣੀ ਨਾਲ ਜੁੜਨੇ ਆ ਤਾਂ ਅਸੀਂ ਇਹ ਕਈ ਵਾਰੀ ਸ਼ਬਦ ਵਰਤਨੇ ਆ ਕਿ ਗੁਰੂ ਕੀ ਬਾਣੀ ਬੋਹਿਤ ਹੈ, ਪਰ ਜਿਨ੍ਹਾਂ ਦੀਆਂ ਸੁਰਤੀਆਂ ਧਿਆਨ ਜਿਹੜੀਆਂ ਨੇ ਗੁਰੂ ਕੀ ਬਾਣੀ 'ਚ ਜੁੜ ਜਾਂਦੀਆਂ, ਉਹ ਉਸ ਬੋਹਿਤ ਦੇ ਉੱਤੇ ਸਵਾਰ ਹੋ ਜਾਂਦੀਆਂ, ਉਹਨਾਂ ਦੇ ਜੀਵਨ ਦੀ ਗਤੀ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਨੂੰ ਜੇ ਆਪਣੀ ਸੁਰਤ ਨੂੰ ਜੋੜਨਾ, ਧਿਆਨ ਨੂੰ ਜੋੜਨਾ ਹੈ ਤੇ ਬ੍ਰਹਮ ਦੇ ਵਿੱਚ ਜੋੜਨਾ ਚਾਹੀਦਾ ਹੈ। ਜਿਨ੍ਹਾਂ ਮਨੁੱਖਾਂ ਦੀਆਂ ਬਿਰਤੀਆਂ, ਸੁਰਤੀ, ਧਿਆਨ ਬ੍ਰਹਮ ਦੇ ਵਿੱਚ ਟਿਕ ਜਾਂਦੀ ਹੈ, ਉਹਨਾਂ ਪ੍ਰਾਣੀਆਂ ਦੇ ਜੀਵਨ ਦੀ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਗਤੀ ਹੋ ਜਾਂਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਂਦੀ। ਇਹ ਪਾਵਨ ਉਪਦੇਸ਼ 12 ਮਾਹਾਂ ਬਾਣੀ ਦੇ ਵਿੱਚ ਮਾਝ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਸ਼ਬਦ ਦੀ ਅਨੁਵਾਦ ਕਰਦਿਆਂ, ਵਿਆਖਿਆ ਕਰਦਿਆਂ ਅਨੇਕ ਪ੍ਰਕਾਰ ਦੀ ਅੱਖਰ ਵਾਧਾ ਘਾਟਾ, ਭੁੱਲ ਚੁੱਕ ਹੋਣੀ ਸੁਭਾਵਿਕ ਹੈ। ਗੁਰਦੇਵ ਮਹਾਰਾਜ ਗੁਰੂ ਕੀਆਂ ਪਿਆਰੀਆਂ ਸੰਗਤਾਂ ਖਿਮਾ ਕਰਨ ਯੋਗ ਹਨ, ਖਿਮਾ ਕਰਨੀਆਂ। ਹਜੂਰ ਸਭ ਸਤਸੰਗੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਨਾਮਦਾਨ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ।
ਮਿਲ ਕਰਕੇ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਕੀ ਬਾਣੀ 'ਚ ਜੁੜ ਜਾਂਦੀਆਂ, ਉਹ ਉਸ ਬੋਹਿਥ ਦੇ ਉੱਤੇ ਸਵਾਰ ਹੋ ਜਾਂਦੀਆਂ, ਉਹਨਾਂ ਦੇ ਜੀਵਨ ਦੀ ਗਤੀ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਨੂੰ ਜੇ ਆਪਣੀ ਸੁਰਤ ਨੂੰ ਜੋੜਨਾ, ਧਿਆਨ ਨੂੰ ਜੋੜਨਾ ਹੈ ਤੇ ਬ੍ਰਹਮ ਦੇ ਵਿੱਚ ਜੋੜਨਾ ਚਾਹੀਦਾ ਹੈ। ਜਿਨ੍ਹਾਂ ਮਨੁੱਖਾਂ ਦੀਆਂ ਬਿਰਤੀਆਂ, ਸੁਰਤੀ, ਧਿਆਨ ਬ੍ਰਹਮ ਦੇ ਵਿੱਚ ਟਿਕ ਜਾਂਦੀ ਹੈ, ਉਹਨਾਂ ਪ੍ਰਾਣੀਆਂ ਦੇ ਜੀਵਨ ਦੀ, ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਗਤੀ ਹੋ ਜਾਂਦੀ ਹੈ। ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਂਦੀ। ਇਹ ਪਾਵਨ ਉਪਦੇਸ਼ 12 ਮਾਹਾਂ ਬਾਣੀ ਦੇ ਵਿੱਚ, ਮਾਝ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜਿਸ ਸ਼ਬਦ ਦੀ ਅਨੁਵਾਦ ਕਰਦਿਆਂ, ਵਿਆਖਿਆ ਕਰਦਿਆਂ ਅਨੇਕ ਪ੍ਰਕਾਰ ਦੀ ਅੱਖਰ ਵਾਧਾ ਘਾਟਾ, ਭੁੱਲ ਚੁੱਕ ਹੋਣੀ ਸੁਭਾਵਿਕ ਹੈ। ਗੁਰਦੇਵ ਮਹਾਰਾਜ ਗੁਰੂ ਕੀਆਂ ਪਿਆਰੀਆਂ ਸੰਗਤਾਂ ਖਿਮਾ ਕਰਨ ਯੋਗ ਹਨ, ਖਿਮਾ ਕਰਨੀਆਂ। ਹਜੂਰ ਸਭ ਸਤਸੰਗੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਨਾਮਦਾਨ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਮਿਲ ਕਰਕੇ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।